ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਕਨ ਹਰ ਬੂੰਦ ਬਸੋ ਰੋ ਮਾਵਲ, ਕੁਸੁਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਰੁਦਰ ਧਿਆਨ ਗਿਆਨ ਸਤਿਗੁਰ ਕੇ। ਕਬ ਜਨ ਭਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੈ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ। ਰਹਾਉ ਰੂਪਹੀਨ ਬੁੱਧ ਬਲਹੀਨੀ, ਮੋਹਿ ਪ੍ਰਦੇਸਨ ਦੂਰ ਤੇ ਆਈ। ਨਾਹਿਨ ਦਰਬ ਨਾ ਜੋਬਨ ਮਾਤੀ, ਮੋਹਿ ਅਨਾਥ ਕੀ ਕਰਹੁ ਸਮਾਈ। ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕਉ ਹਉ ਫਿਰਤ ਤਿਸਾਈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕਉ ਹਉ ਫਿਰਤ ਤਿਸਾਈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਤਿਗੁਰੂ ਦੀ ਸਾਚੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹਾਂ ਹਰ ਹਫ਼ਤੇ ਦੀ ਤਰ੍ਹਾਂ ਗੁਰੂ ਕੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪ੍ਰਾਪਤ ਕਰਦੇ ਹੋਏ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਦਰਬਾਰ ਅੰਦਰ ਸਜੇ ਹੋਏ ਸੁੰਦਰ ਦੀਵਾਨ ਵਿੱਚ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਸੁੱਖਾਂ ਦੀ ਮਣੀ ਸੁੱਖਾਂ ਦਾ ਖਜ਼ਾਨਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਜਿਸ ਵਿੱਚ ਉਸ ਪ੍ਰਮਾਤਮਾ ਦੇ ਬੇਅੰਤ ਸੁੱਖਾਂ ਦੀ ਦਾਤ ਬਖਸ਼ਣਹਾਰੇ ਉਸ ਨਾਮ ਦੀ ਵਿਆਖਿਆ ਹੈ, ਨਾਮ ਦੀ ਬੰਦਗੀ ਦੀ ਪ੍ਰੇਰਣਾ ਹੈ, ਨਾਮ ਦੀ ਬੰਦਗੀ ਕਰਨ ਵਾਲਿਆਂ ਦੀ ਮਹਿਮਾ ਹੈ। ਐਸੀ ਅੰਮ੍ਰਿਤ ਬਾਣੀ ਦਾ ਪਾਠ ਸਰਵਣ ਕੀਤਾ ਹੈ। ਉਪਰੰਤ ਗੁਰੂ ਕੀ ਪਾਵਨ ਬਾਣੀ ਦੇ ਅੰਮ੍ਰਿਤਮਈ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਬੱਚਿਆਂ ਵੱਲੋਂ ਜੋ ਆਪਣੇ ਅਭਿਆਸ ਵਾਸਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਲੜੀਵਾਰ ਚੱਲ ਰਹੀ ਹੈ, ਉਸ ਪ੍ਰਸੰਗ ਨੂੰ ਅੱਗੇ ਤੋਰਦਿਆਂ ਹੋਇਆਂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਦਿਆਂ ਇਸ ਕਥਾ ਵਿਚਾਰ ਵਿੱਚੋਂ
ਕੁਝ ਕੁ ਵਚਨ ਆਪ ਜੀ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮੋਦੀ ਖਾਨੇ ਦੇ ਲੇਖੇ ਜੋਖੇ ਦੇ ਹਿਸਾਬ ਕਿਤਾਬ ਤੋਂ ਬਾਅਦ ਸ਼ਮਸ਼ਾਨ ਭੂਮਿਕਾ ਵਿੱਚ ਬੈਠੇ ਹੋਏ ਨੇ। ਪਿਤਾ ਮਾਤਾ ਸੁਲੱਖਣੀ ਜੀ ਦੇ ਸੋ ਮੂਲ ਚੰਦ ਖੱਤਰੀ ਜੀ ਪਹਿਲੋਂ ਆਪ ਇੱਕ ਪੰਡਤ ਨਾਲ ਆ ਕੇ ਬੜੀ ਉੱਚੀ ਨੀਵੀਂ ਬੋਲਾਂ ਵਿੱਚ ਵਿਚਾਰ ਚਰਚਾ ਕਰਦੇ ਨੇ, ਪਰ ਕਿਸੇ ਤਰ੍ਹਾਂ ਵੀ ਕੋਈ ਜਿਸ ਭਾਵਨਾ ਨੂੰ ਮੂਲ ਚੰਦ ਜੀ ਚਾਹੁੰਦੇ ਸਨ ਉਸ ਗੱਲ ਨੂੰ ਕੋਈ ਸਫਲਤਾ ਨਾ ਮਿਲੀ। ਨਾਲ ਆਏ ਪੰਡਤ ਨੇ ਵੀ ਗੁਰੂ ਸਾਹਿਬਾਂ ਦੇ ਗਿਆਨਮਈ ਬਚਨ ਸੁਣ ਕਰਕੇ ਭਾਵਨਾ ਧਾਰਨ ਕੀਤੀ, ਨਮਸਕਾਰ ਕੀਤੀ, ਸਤਿਗੁਰਾਂ ਤੋਂ ਅਸੀਸਾਂ ਲੈ ਕੇ ਨਿਵਾਜਿਆ ਗਿਆ। ਮਾਇਆ ਦੀ ਬਿਰਤੀ ਦਾ ਲਾਲਚ ਹੋਣ ਕਰਕੇ ਹੁਣ ਨਵਾਬ ਕੋਲੇ ਗਏ ਨੇ ਤੇ ਨਵਾਬ ਨੂੰ ਬੇਨਤੀ ਜਾ ਕੇ ਕੀਤੀ ਹੈ, ਮੇਰਾ ਨਿਆਂ ਕਰੋ, ਤੁਸੀਂ ਨਿਆਂਕਾਰੀ ਰਾਜੇ ਹੋ, ਜੇ ਨਿਆਂ ਕਰੋਗੇ ਤੁਹਾਡਾ ਹੋਰ ਜਸ ਵਡਿਆਈ ਹੋਵੇਗੀ। ਕਿਹਦੇ ਉੱਤੇ ਪੁਕਾਰੂ ਹੋਇਆ, ਕੀ ਨਿਆਂ ਮੰਗਦਾ ਜੀ? ਤੁਹਾਡਾ ਮੋਦੀ ਨਾਨਕ, ਮੈਂ ਉਹਦਾ ਸਹੁਰਾ ਹਾਂ, ਜੋ ਉਹਦੇ ਲੇਖੇ ਜੋਖੇ ਦਾ ਹਿਸਾਬ ਕਿਤਾਬ ਕਰਦਿਆਂ ਉਹਦੀ ਮਾਇਆ ਤੁਹਾਡੇ ਵੱਲ ਵਧੀ ਏ, 760 ਰੁਪਏ ਉਸ ਲੇਖੇ ਵਿੱਚੋਂ ਵਧੇ ਸਨ, ਉਹ ਮੈਨੂੰ ਦੇ ਦਿਓ, ਮੈਂ ਉਹਨਾਂ ਦੀ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਦੇ ਦੇਵਾਂਗਾ, ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲੇਗਾ। ਨਹੀਂ, ਸਾਨੂੰ ਨਾਨਕ ਨੇ ਤਾਂ ਕਿਹਾ ਸੀ ਕਿ ਉਹ ਕਿਸੇ ਫਕੀਰਾਂ ਨੂੰ, ਰੱਬ ਦੇ ਸਾਧੂਆਂ ਨੂੰ ਭੋਜਨ ਛਕਾਉਣਾ ਹੈ। ਨਹੀਂ ਨਹੀਂ ਨਹੀਂ, ਉਹ ਤੇ ਕਮਲਾ ਹੋ ਗਿਆ, ਉਹਦੇ ਅੰਦਰ ਭੂਤ ਪ੍ਰੇਤ ਵਸ ਗਏ ਨੇ, ਉਹਨੂੰ ਕੋਈ ਹੋਸ਼ ਨਹੀਂ, ਉਹ ਘਰੇ ਵੀ ਨਹੀਂ ਆਉਂਦਾ, ਮੜੀਆਂ 'ਚ ਬੈਠਾ ਹੈ, ਕੋਈ ਸੰਭਾਲ ਨਹੀਂ ਉਹਨੂੰ ਸਰੀਰ ਦੀ, ਦੇਹ ਦੀ, ਬੁੱਧੀ ਦੀ। ਨਾਇਲ ਤੇ ਬੈਠੇ ਦੋਸਤ ਕੋਲੋਂ ਨਵਾਬ ਦੌਲਤ ਖਾਨ ਨੇ ਸਲਾਹ ਲਈ ਕੀ ਹੋਣਾ ਚਾਹੀਦਾ। ਕਹਿੰਦੇ ਜੀ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜੇ ਇਹ ਗੱਲ ਜੋ ਕਹਿ ਰਹੇ ਨੇ ਮੂਲ ਚੰਦ ਜੀ, ਜੇ ਤੇ ਉਹ ਸਹੀ ਹੈ ਫੇਰ ਤੇ ਬਚਨ ਮੰਨਿਆ ਜਾ ਸਕਦਾ ਹੈ, ਪਰ ਜੇ ਇਹ ਗੱਲ ਸਹੀ ਨਾ ਨਿਕਲੇ ਫੇਰ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਕੇ ਹੀ ਧੰਨ ਦਿੱਤਾ ਜਾਣਾ ਚਾਹੀਦਾ। ਇੱਕ ਮੁੱਲਾ ਨੂੰ ਭੇਜਿਆ, ਜਾ ਪਤਾ ਕਰਕੇ ਆ। ਮੁੱਲਾ ਨੇ ਆਪਣੇ ਆਣ ਕੇ ਹਿਸਾਬ ਕਿਤਾਬ ਨਾਲ ਜੰਤਰ ਮੰਤਰ ਆਦਿਕ ਪੜ੍ਹ ਕੇ, ਝਾੜਾ ਆਦਿਕ ਕਰਕੇ ਕਿ ਇਹਦੇ ਅੰਦਰ ਜੋ ਭੂਤ ਵੜਿਆ ਮੈਂ ਉਹਨੂੰ ਕੱਢ ਕੇ ਇਹਨੂੰ ਸਹੀ ਬੁੱਧੀ ਵਿੱਚ ਲਿਆ ਕਰਕੇ ਸਵਾਲ ਜਵਾਬ ਕਰਾਂਗਾ। ਅੱਗੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਬਾਣੀ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕਰਕੇ ਮੁੱਲਾਂ ਦੇ ਤਾਈਂ ਇਹ ਸਿੱਖਿਆ ਦੇ ਕੇ ਸਮਝਾਉਣਗੇ ਅਤੇ ਉਹਦੇ ਰਾਹੀਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤ ਰੂਪ ਉਪਦੇਸ਼ ਬਖਸ਼ਿਸ਼ ਕਰਨਗੇ। ਇਹ ਪ੍ਰਸੰਗ ਅੱਗੇ ਚੱਲੇਗਾ। ਕੁਝ ਸਮੇਂ ਵਾਸਤੇ ਗੁਰੂ ਕੀ ਪਵਿੱਤਰ ਪਾਵਨ ਅੰਮ੍ਰਿਤ ਗੁਰਬਾਣੀ ਦੇ ਜੋ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਵਿਚਾਰ ਚੱਲ ਰਹੀ, ਜੋ ਕਿ ਅੱਜ ਵਾਲਾ ਸ਼ਬਦ ਆਪਾਂ ਹੁਣੇ ਮੂਲ ਰੂਪ ਪਾਠ ਵਿੱਚ ਸਰਵਣ ਕੀਤਾ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਗ ਨੰਬਰ 204 ਉੱਪਰ ਸੁਸ਼ੋਭਿਤ ਹੈ। ਇਸ ਤੋਂ ਪਹਿਲਾਂ ਜਿਹੜੇ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ, ਪਹਿਲੇ ਸ਼ਬਦਾਂ ਵਿੱਚ ਜਿਵੇਂ ਆ ਰਿਹਾ ਸੀ ਵੀ ਰਾਗ ਗੌੜੀ ਚੇਤੀ, ਰਾਗ ਗੌੜੀ ਬੈਰਾਗਣ, ਰਾਗ ਗੌੜੀ ਬੈਰਾਗਣ, ਰੋਹੋਏ ਕੇ ਸੰਤ ਕੇ ਘਰ, ਮਹੱਲਾ ਪੰਜਵਾ। ਇਤਿਆਦਿਕ ਗੌੜੀ ਰਾਗ ਰਾਗਣੀ ਹੈ, ਫਿਰ ਇਹਦੀਆਂ ਅੱਗੇ ਜਾਤੀਆਂ ਹਨ ਬੈਰਾਗਣ, ਸੋ ਇਸੇ ਤਰੀਕੇ ਦੇ ਨਾਲ ਚੇਤੀ। ਤੇ ਅੱਜ ਵਾਲੇ ਪਵਿੱਤਰ ਪਾਵਨ ਸ਼ਬਦ ਜੋ ਆ ਰਹੇ ਨੇ ਰਾਗ ਗੌੜੀ ਪੂਰਬੀ, ਮਹੱਲਾ ਪੰਜਵਾ। ਗੌੜੀ ਰਾਗਣੀ ਦੀ ਪੂਰਬੀ ਜਾਤੀ ਹੈ, ਜਿਸ ਵਿੱਚ ਸਤਿਗੁਰੂ ਪੰਜਵੇਂ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਪਵਿੱਤਰ ਪਾਵਨ ਅੱਜ ਵਾਲੇ ਸ਼ਬਦ ਰਾਹੀਂ ਅੰਮ੍ਰਿਤ ਰੂਪ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਓੰਕਾਰ ਪਰਮੇਸ਼ਰ ਪ੍ਰਮਾਤਮਾ, ਅਦੁੱਤੀ ਪ੍ਰਮਾਤਮਾ, ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਪ੍ਰਮਾਤਮਾ, ਦੇਸ਼ ਕਾਲ ਵਸਤੂ ਰਹਿਤ ਪ੍ਰਮਾਤਮਾ, ਜਿਹੜਾ ਕਿਸੇ ਸ਼ਸਤਰ ਨਾਲ ਕਿਸੇ ਚੀਜ਼ ਨਾਲ ਕੱਟਿਆ ਵੱਢਿਆ ਨਾ ਜਾਏ, ਛੇਦਿਆ ਨਾ ਜਾਏ, ਉਹਨੂੰ ਇੱਕ ਪ੍ਰਮਾਤਮਾ ਕਿਹਾ ਜਾਂਦਾ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੈ। ਓੰਕਾਰ ਉਚਾਰਨੇ ਮਾਤਰ ਤੇ ਸਭ ਦੀ ਰੱਖਿਆ ਕਰਨ ਵਾਲਾ ਹੈ। ਓੰਕਾਰ ਜੋਗੀਆਂ ਦੇ ਮਤ ਅਨੁਸਾਰ ਊਰਧ ਨੂੰ ਸਵਾਸ, ਭਾਵ ਕਿ ਦਸਮ ਨੂੰ ਸਵਾਸ ਚੜਾਉਣ ਵਾਲੀ ਬਿਰਤੀ ਜੋ ਸ਼ਕਤੀ ਹੈ ਉਹਨੂੰ ਓੰਕਾਰ ਕਿਹਾ ਜਾਂਦਾ ਹੈ। ਫਿਰ ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਜੇ ਓੰਕਾਰ ਦੀ ਵਿਆਖਿਆ ਕਰੀਏ ਤੇ ਸਤਿਗੁਰੂ ਦਾ ਮਤ ਹੈ, ਗੁਰਮਤ ਗੁਰਬਾਣੀ ਦਾ ਇਹ ਆਸ਼ਾ ਹੈ ਕਿ ਸਾਰੇ ਸੰਸਾਰ ਦੀ ਉਤਪਤੀ ਜਿਸ ਵੇਲੇ ਅਰਬਦ ਨਰਬਦ ਧੁੰਦੂਕਾਰਾ ਸੀ, ਉਸ ਵੇਲੇ ਪਰਮੇਸ਼ਰ ਵਾਹਿਗੁਰੂ ਨੇ ਪ੍ਰਗਟ ਹੋ ਕਰਕੇ ਓੰਕਾਰ ਦੀ ਧੁਨੀ ਦਾ ਜਦੋਂ ਆਵਾਜ਼ਾ ਦਿੱਤਾ ਤੇ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ। ਇਸ ਪ੍ਰਕਾਰ ਸਾਰੇ ਸੰਸਾਰ ਦੀ ਰਚਨਾ ਦਾ ਮੁੱਢ ਹੈ ਓੰਕਾਰ। ਇੱਥੇ ਆ ਕਰਕੇ ਕਿਤੇ ਸ਼ੰਕਾ ਨਾ ਕਰ ਲੈਣਾ, ਕਿਉਂਕਿ ਹੋ ਸਕਦਾ ਤੁਸੀਂ ਸਾਇੰਸ ਪੜ੍ਹਦੇ ਹੋ, ਦੁਨੀਆ ਦਾ ਅੱਜ ਦਾ ਆਧੁਨਿਕ ਗਿਆਨ ਪੜ੍ਹਦੇ ਹੋ, ਪਰ ਧਾਰਮਿਕ ਗ੍ਰੰਥਾਂ ਦੀ ਰੁਚੀ ਵਿੱਚ ਕਿਤੇ ਹੋਵੇ ਪੜ੍ਹਨ ਦੀ
ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਪੜ੍ਹ ਕੇ ਵੇਖ ਲਓ, ਹਰ ਇੱਕ ਹੀ ਧਰਮ ਨੇ ਇਸ ਸੰਸਾਰ ਦੀ ਉਤਪਤੀ ਕਿਸੇ ਸ਼ਬਦ ਦੀ ਆਵਾਜ਼ ਵਿੱਚੋਂ ਮੰਨੀ ਹੈ। ਹਾਂ, ਉਹ ਸ਼ਬਦ ਦੀ ਆਵਾਜ਼ ਦੀ ਧੁਨ ਵੱਖਰੀ ਵੱਖਰੀ ਧਰਮਾਂ ਨੇ ਮੰਨੀ ਹੈ, ਵੱਖਰੀ ਗੱਲ ਹੈ, ਪਰ ਇਸ ਸੰਸਾਰ ਦੀ ਉਤਪਤੀ ਇੱਕ ਸ਼ਬਦ ਦੀ ਧੁਨ ਤੋਂ ਹੀ ਸਾਰਿਆਂ ਨੇ, ਬਹੁਤਿਆਂ ਨੇ ਮੰਨੀ ਹੈ। ਤੇ ਗੁਰਮਤ ਓੰਕਾਰ ਦੀ ਧੁਨ ਮੰਨਦੀ ਹੈ। ਓੰਕਾਰ ਦੀ ਧੁਨ ਪਰਮੇਸ਼ਰ ਨੇ ਲਾਈ, ਉਸ ਵੇਲੇ ਸਾਰੇ ਸੰਸਾਰ ਦੇ ਪਸਾਰੇ ਦੀ ਉਤਪਤੀ ਹੋਈ। ਸੋ ਇੱਕ ਓੰਕਾਰ, ਸਤਿਗੁਰ ਪ੍ਰਸਾਦ, ਸਤ ਸੱਚਾ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਉਹ ਪ੍ਰਮਾਤਮਾ ਪ੍ਰਾਪਤ ਹੁੰਦਾ ਹੈ। ਸੋ ਸ਼ਬਦ ਦੀ ਆਰੰਭਤਾ ਹੈ। ਸ਼ਬਦ ਦੀ ਆਰੰਭਤਾ ਵਿੱਚ ਅੱਜ ਵਾਲੇ ਇਸ ਸ਼ਬਦ ਰਾਹੀਂ ਇੱਕ ਰੂਪਕ ਅਲੰਕਾਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਅਲੰਕਾਰ ਐਸੀ ਰੂਪ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੰਨਿਆ ਹੈ ਕਿ ਇੱਕ ਇਸਤਰੀ ਜਿਹੜੀ ਅਜੇ ਸੁਹਾਗਵੰਤੀ ਨਹੀਂ, ਗੁਰਮਤਿ ਦੇ ਦਾਇਰੇ ਵਿੱਚ, ਬਾਣੀ ਦੇ ਵਿਸ਼ੇ ਵਿੱਚ ਜਦੋਂ ਇਸ ਵਿਸ਼ੇ ਨੂੰ ਅੱਗੇ ਬੋਲਾਂਗੇ ਤੇ ਜਿੱਥੇ ਕੁਆਰੀ ਦੀ ਗੱਲ ਆਉਂਦੀ ਹੈ ਜਾਂ ਇਸੇ ਤਰੀਕੇ ਦੇ ਨਾਲ ਫਿਰ ਸੁਹਾਗਣ ਦੀ ਗੱਲ ਆਉਂਦੀ ਹੈ, ਦੁਹਾਗਣ ਦੀ ਗੱਲ ਆਉਂਦੀ ਹੈ, ਸੋ ਇਸੇ ਤਰੀਕੇ ਦੇ ਨਾਲ ਗੁਣਵੰਤੀ ਦੀ ਗੱਲ ਆਉਂਦੀ ਹੈ, ਸੁਚੱਜੀ ਦੀ ਗੱਲ ਆਉਂਦੀ ਹੈ, ਕੁਚੱਜੀ ਦੀ ਗੱਲ ਆਉਂਦੀ ਹੈ। ਇਤਿਆਦਿਕ ਦੇ ਬੜੇ ਅੱਖਰ ਵਰਤੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਰਿਸ਼ਤੇ ਪ੍ਰਤੀ। ਪਰ ਇਹ ਉਹ ਅਵਸਥਾ ਹੈ ਜਿਹਨੂੰ ਕਹਿੰਦੇ ਨੇ ਜੀਵਨ ਜਵਾਨੀ ਵਿੱਚ ਹੈ, ਪਰ ਅਜੇ ਸੁਹਾਗ ਦੀਆਂ ਖੁਸ਼ੀਆਂ ਦੇ ਗੁਣਾਂ ਦਾ ਪਤਾ ਨਹੀਂ। ਉਹਨੂੰ ਕਹਿੰਦੇ ਨੇ ਮੁੰਦ ਅਵਸਥਾ। ਮੁੰਦ ਅਵਸਥਾ ਦੀ ਅੱਗੇ ਜਾ ਕਰਕੇ ਵਿਆਖਿਆ ਕਰਨੀ ਹੋਵੇ ਤੇ ਕਹਿੰਦੇ ਨੇ ਜੋਬਨ ਅਗਿਆਤ ਅਵਸਥਾ। ਜਵਾਨੀ ਹੈ ਲੇਕਿਨ ਸੁਹਾਗ ਦੀਆਂ ਖੁਸ਼ੀਆਂ ਦਾ ਗਿਆਨ ਨਹੀਂ ਕਿ ਉਹ ਕਿਵੇਂ ਪ੍ਰਾਪਤ ਹੋਣਾ। ਉਸ ਅਵਸਥਾ ਵਿੱਚ ਉਹ ਬੱਚੀ, ਉਹ ਧੀ ਰਾਣੀ ਆਪਣੀ ਮਾਂ ਕੋਲੇ ਬਹਿ ਕਰਕੇ ਪੁੱਛਦੀ ਹੈ ਕਿ ਸੁਹਾਗ ਦੇ ਗੁਣ ਕੀ ਹੁੰਦੇ ਨੇ, ਸੁਹਾਗ ਦੀ ਖੁਸ਼ੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਇੱਕ ਅਲੰਕਾਰ ਬਣਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਨੀਆਦਾਰੀ ਦੀ ਜ਼ਿੰਦਗੀ ਦਾ ਸਾਨੂੰ ਉਪਦੇਸ਼ ਬਖਸ਼ਿਆ ਹੈ। ਇਹਦੇ ਚ ਅੱਗੇ ਫਿਰ ਉਪਦੇਸ਼ ਇਹ ਹੈ ਕਿ ਜਿਹੜਾ ਜਗਿਆਸੂ ਹੈ, ਜਗਿਆਸੂ ਦਾ ਅਰਥ ਬਣਦਾ ਹੈ ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਦੀ ਜਗਿਆਸਾ ਰੱਖਦਾ ਹੈ, ਇੱਛਾ ਰੱਖਦਾ ਹੈ, ਇਸ ਰਾਹ ਤੇ ਚੱਲਣਾ ਚਾਹੁੰਦਾ ਹੈ। ਉਹ ਜਗਿਆਸੂ ਇੱਕ ਤਤ ਬੇਤੇ ਪੂਰਨ ਮਹਾਤਮਾ ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰੇ ਕੋਲੋਂ ਉਸ ਪ੍ਰਮਾਤਮਾ ਰੂਪ ਪਤੀ ਦੀ ਪ੍ਰਾਪਤੀ ਦੇ ਗੁਣ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਦੱਸੋ ਕਿਵੇਂ ਪ੍ਰਾਪਤ ਹੋਏਗਾ। ਇਸ ਰੂਪ ਵਿੱਚ ਦੁਨੀਆ ਦਾ ਇਹ ਅਲੰਕਾਰ ਲੈ ਕੇ ਦਾ ਦ੍ਰਿਸ਼ਟਾਂਤ ਦੇ ਕਰਕੇ ਸਾਡੀ ਇਸ ਬਿਰਤੀ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਕਿਵੇਂ ਜੋੜਿਆ ਜਾ ਸਕਦਾ ਹੈ, ਐਸਾ ਅੰਮ੍ਰਿਤ ਰੂਪ ਉਪਦੇਸ਼ ਅੱਜ ਵਾਲੇ ਇਸ ਸ਼ਬਦਾਂ ਰਾਹੀਂ। ਅਸਲ ਵਿੱਚ ਦੋ ਸ਼ਬਦ ਨੇ, ਲਗਭਗ ਇੱਕੋ ਵਿਸ਼ੇ ਦੇ, ਯਤਨ ਕਰਾਂਗੇ ਦੋਵਾਂ ਸ਼ਬਦਾਂ ਦੀ ਵਿਚਾਰ ਸਾਂਝੀ ਹੋ ਸਕੇ। ਤੇ ਆਰੰਭਤਾ ਦੇ ਬਚਨ ਆ ਰਹੇ ਨੇ। ਆਰੰਭਤਾ ਵਿੱਚ ਇਹ ਬੇਨਤੀ ਹੈ, ਜਿਵੇਂ ਇੱਕ ਜਵਾਨ ਧੀ ਆਪਣੀ ਮਾਂ ਕੋਲੋਂ ਸੁਹਾਗ ਦੇ ਚਾਅ ਪੂਰੇ ਕਰਨ ਵਾਸਤੇ, ਸੁਹਾਗ ਦੇ ਗੁਣ ਪੂਰੇ ਕਰਨ ਵਾਸਤੇ ਕੁਝ ਗੁਣ ਪੁੱਛਦੀ ਹੈ ਤੇ ਬੇਨਤੀ ਹੈ, ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ। ਮਾਈ ਦਾ ਅਰਥ ਪਹਿਲੇ ਵਿੱਚ ਮਾਂ। ਹੇ ਮੇਰੀ ਮਾਂ, ਮੈਨੂੰ ਦੱਸ ਕਿ ਕਿਹੜੇ ਗੁਣਾਂ ਨਾਲ ਪ੍ਰਾਣਾਂ ਦਾ ਪਤੀ ਜਿਹੜਾ ਹੈ ਉਹ ਮੈਨੂੰ ਪ੍ਰਾਪਤ ਹੋਵੇਗਾ, ਪ੍ਰਾਪਤ ਹੋ ਕੇ ਮੈਂ ਉਹਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂਗੀ। ਫਿਰ ਅੱਗੇ ਰਹਾਓ, ਵਿਸਰਾਮ ਹੈ। ਵਿਸਰਾਮ ਦੇ ਕੇ ਫਿਰ ਹੋਰ ਇਹਨਾਂ ਚੀਜ਼ਾਂ ਦੀ ਵਿਆਖਿਆ ਹੈ ਕਿ ਪਤੀ ਦੀ ਖੁਸ਼ੀ ਵਾਸਤੇ ਕੀ ਕੀ ਚਾਹੀਦਾ। ਪਤੀ ਦੀ ਖੁਸ਼ੀ ਵਾਸਤੇ ਸੁੰਦਰ ਸਰੂਪ ਚਾਹੀਦਾ, ਪਤੀ ਦੀ ਖੁਸ਼ੀ ਵਾਸਤੇ ਸੋ ਵਿਚਾਰ ਵਾਲੀ ਬੁੱਧੀ ਚਾਹੀਦੀ ਆ, ਸਿਆਣਪ ਚਾਹੀਦੀ ਆ। ਫਿਰ ਇਸੇ ਤਰੀਕੇ ਦੇ ਨਾਲ ਭਰਾਵਾਂ ਦਾ ਬਲ ਮਗਰ ਪਿੱਛੇ ਕੰਮ ਕਰਦਾ ਹੋਵੇ, ਉਹ ਵੀ ਕਹਿੰਦੇ ਪਤੀ ਦੀਆਂ ਅਸੀਸਾਂ ਪਤੀ ਦੇ ਘਰ ਦੇ ਵਸੇਬੇ ਦਾ ਕਾਰਨ ਬਣਦੀਆਂ ਨੇ। ਫਿਰ ਇਸੇ ਤਰੀਕੇ ਦੇ ਨਾਲ ਪਤੀ ਦੇ ਨੇੜੇ ਦੇਸ਼ ਵਿੱਚ ਵਾਸਾ ਹੋਵੇ ਮੇਰੇ ਸਪੇਕੇ ਪਰਿਵਾਰ ਦਾ, ਇਹ ਵੀ ਇਸ ਵਸੇਬੇ ਵਿੱਚ ਕਾਰਨ ਬਣਦੀਆਂ ਨੇ। ਫਿਰ ਇਸੇ ਤਰੀਕੇ ਦੇ ਨਾਲ ਜੇ ਧਨ ਕੋਲ ਹੈ, ਪੈਸਾ ਕੋਲ ਹੈ, ਇਹ ਵੀ ਇਸ ਵਸੇਬੇ ਦਾ ਕਾਰਨ ਬਣਦਾ ਹੈ। ਫਿਰ ਜੋਬਨ ਹੋਵੇ, ਜਵਾਨੀ ਹੋਵੇ, ਫਿਰ ਇਹ ਚੀਜ਼ ਪਤੀ ਦੇ ਘਰ ਦੇ ਵਸੇਬੇ ਦਾ ਕਾਰਨ ਬਣਦਾ ਹੈ। ਤੇ ਬੇਨਤੀਆਂ ਕੀਤੀਆਂ ਨੇ ਨਿਰਮਾਣਤਾ ਸਹਿਤ। ਅੱਗੇ ਆਰੀ ਬੇਨਤੀ ਕਹਿੰਦੇ, ਰੂਪਹੀਨ ਬੁੱਧ ਬਲਹੀਨੀ ਮੋਹੇ ਪ੍ਰਦੇਸ਼ਨ ਦੂਰ ਤੇ ਆਈ। ਮਾਤਾ ਜੀ ਮੈਨੂੰ ਦੱਸੋ, ਜੇ ਇਹ ਚੀਜ਼ਾਂ ਸਾਰੀਆਂ ਪਤੀ ਦੀ ਖੁਸ਼ੀ ਵਾਸਤੇ ਸਨ ਤੇ ਪਹਿਲੀ ਗੱਲ ਮੇਰੇ ਕੋਲੇ ਤੇ ਰੂਪ ਹੀ ਨਹੀਂ ਹੈਗਾ, ਮੇਰਾ ਤੇ ਸੁੰਦਰ ਸਰੂਪ ਹੀ ਹੈ ਨਹੀਂ, ਮੇਰਾ ਤੇ ਬੜਾ ਕਰੁਖਾ ਸਰੂਪ ਆ।
एक स्वरूप ਨੂੰ ਲੈ ਕੇ मैं अपने पति ਦੀਆਂ खुशियां किवें प्राप्त करांगी। फिर बुद्ध नहीं हैगी मेरे कोले, मैनू नहीं समझ के पति दे मां बाप भैन भरा बाकी कोड़मा सारे संग रिश्तेदारां नूं किवें किवें रखना है, किवें किवें उन्हां नूं सारियां नूं थां पर थां दे करके मान सन्मान देना है, ये मेरी सियाणी बुद्धि भी है नहीं मेरे कोल। इसे तरीके दे नाल बल फिर मुड़ के भरावां दा बल पिछे मेरे मगर है नहीं, मेरे भरावां दा बल मेरे ताकत मेरे पिछे मेरे पिंड मेरी कंध दे उत्ते है नहीं। इस करके बुद्ध बलहीनी मैं ताकत तो भी हीनी हाँ। फिर मोहे प्रदेशन मेरा पेका घर भी बड़ी दूर वसदा है, भाव के अपने देश नूं छड्ड के दूजे देश में जा करके प्रदेश में आण के वसीआं, मैं ते प्रदेशन हाँ, मैनू तो वो भी कोई पिछों आसरा नहीं। इस करके मैं दूर तो आई हाँ। सो फिर नाल ही नाहिन दरब मेरे कोले कोई बहुत धन दौलतां नहीं हैगियां, जगीरां नहीं हैगियां, ना जोबन माती ते नहीं है मेरी जिंदगी जवानी दा ओ मान जेड़ियां चीजां नूं वेख के मेरा पति खुश होवे। ते किरपा कर अरदास की है मोहे अनाथ की करहो समाई, मैं अनाथ हाँ, ये गल कर ला कि मैं यतीम हाँ, मेरा कोई आसरा नहीं, ना मेरे कोले रूप दा आसरा, ना मेरे कोले बुद्धि दा आसरा, ना मेरे को भरावां दीयां ताकतां, ना मेरे कोले धन दौलतां, ना मेरे कोले जोबन जवानी, ना मेरा कोई देश नेड़े, मेरे कोले कुछ भी नहीं। इस करके मैं अनाथ हाँ। अनाथ उन्होंने कहा जाता जिहदे माता पिता हो ना होण, उन्होंने कहते यतीम बच्चा जिन्होंने कहते अनाथ। ये सारी व्याख्या होनी है दूसरे अर्थां में जा करके, अध्यात्मक मार्ग की व्याख्या होनी है सारे गुणां की। इत्थे ये अरदास एक बच्ची वालों अपनी मां अगे आ, मैं किवें अपने पति दी खुशियां प्राप्त करांगी, मेरे कोले ते गुण ही कोई नहीं हैगा। ऐसा रूपक अलंकार दे करके धन गुरु अर्जन देव साहब जी महाराज साडी इस आत्मा नूं उस परमात्मा तक दे मिलाप दा उपदेश समझाउणा चाहुंदे ने। किवें बेनती करनी है हुण इस रूप दे विच सतगुरु सच्चे पातशाह जी के चरणों में अरदास है। जिवें पहलों बेनती की सी, जग्यासू ने एक पूर्ण महात्मा तत् बेते महापुरुष जिन्हें साक्षात परमेश्वर की जोत के दर्शन कर लेने, उस महात्मा के चरणों में अरदास है। की अरदास, कमन गुण प्राण पत मिलो मेरी माई, हे मेरी मां रूप, क्योंकि महात्मा जन रब दे प्यारे मां पिता बाप सब दा आसरा सब दा रूप होया करते हैं। उन्होंने मां कह करके माता का मान दे करके पिता का मान दे करके, हे मेरे पिता समान मेरे माता स्वरूप महात्मा जी मैनू दसो मेरे प्राणा का पति। मैं अगे भी कई बार बेनती की है, गुण जा जो गुरमत है उन्होंने समझने वास्ते ये कह लेना पंज ककारी रहत है जी ठीक है, फिर नितनेम करना ठीक है, केसां की रहत विच त्यार बर त्यार रहना ठीक है, पर जो इन्हां अखरां दे डीप उतरन का यतन करांगे फिर पता लगेगा ये गुण की ने। इत्थे भी हुण प्राणपत, प्राणपत का अर्थ है मेरे प्राणा दे पति। इन्हां दा अर्थ करके लंघ जाना बड़ा सौखा, पर जिदन ये गल अपने अनुभव अनुसार अंदरों ज्ञात हो गई कि जिदन मेरे परमात्मा का आसरा मेरे साहां तो टुट गया, उदन मेरे साहां की डोर खत्म हो जानी है। भाव कि मेरे जे साह चलते ने ना, श्वास चलते हैं जिन्होंने आप जिंदगी कहने आ, मेरे साहां दे चलन वाला जां साहां की डोर नूं चलाउण वाला पति मालक परमात्मा आ। जे वो अपनी चेतन सुफुर्ती दिंदा तां मेरे प्राण चलते ने। जिदन उन्हें अपनी प्राण शक्ति अपनी चेतन शक्ति साडे विचों खिंच लई, उस दिन ये चलता चंगा भला जिहदा मान करदा है, जिहदा हंकार करदा है, जिहदी सुंदरता का मान करदा है, जिहदी दुनिया की विद्या का मान करदा है, जिहदे विच दुनिया के धन दौलतां का मान करदा है, सच्ची जानी ये तन मिट्टी की ढेरी होकर डिग जाना है, मिट्टी की ढेरी बन जाना है। फिर इत्थे ही बस नहीं, जिहड़ियां संबंधियां ते मान करदा है, बाणी ने बड़ी व्याख्या की इस विषय ते। ये कोई उदासी बिरती विच लैके जाण दी गल नहीं आ। ये सतगुरु सच्चे पातशाह जी संसार का सच दसना चाहते हैं सानू। कह लगे जिन्हां संबंधियां ते जिन्हां मां बाप जां अपने धियां पुत्तां ते मान करदा होया कहंदा सी ये मेरा परिवार, हाय मेरा आ परिवार, सच्ची जानी जिन्हां नूं ज्यादे तू अपने करके समझिया सी ना, जिदन तेरे अंदरों प्राणां दी डोर टुट गई उन्हां ने तेरे तन नूं अग ला के आउणा है, उन्होंने तेरे शरीर नूं संस्कार करके आउणा है। एक घड़ी भी नहीं, एक दिन भी नहीं अपने घरे रखना उन्होंने।
उस वेले मुड़ के बाणी उचार बचन आए ने, वह सुत वह बित वह पुर पाटन बहुर ना देखा आए। ਉਹੀ ਪੁੱਤ ਨੇ, ਉਹੀ ਮਾਂ ਬਾਪ ਨੇ, ਉਹੀ ਘਰ ਘਾਟ ਨੇ ਜਿਨ੍ਹਾਂ ਤੇ ਮਾਣ ਕਰਦਾ ਸੀ। ਪਰ ਜਿੱਦਣ ਸਾਹ ਟੁੱਟ ਗਏ, ਜਿੱਦਣ ਇਹ ਦੇਹ ਮਿੱਟੀ ਦੀ ਢੇਰੀ ਬਣ ਕੇ ਕਿਸੇ ਨੇ ਅੱਗ 'ਚ ਸਾੜ ਕੇ ਸਵਾਹ ਕਰਤੀ, ਕਿਸੇ ਨੇ ਪਾਣੀ 'ਚ ਡੁਬੋ ਕਰਕੇ ਪਾਣੀ 'ਚ ਪ੍ਰਵਾਹ ਕਰ ਦਿੱਤੀ, ਕਿਸੇ ਨੇ ਕਬਰ ਵਿੱਚ ਦਫਨਾ ਕਰਕੇ ਮਿੱਟੀ ਵਿੱਚ ਮਿੱਟੀ ਬਣਾ ਦਿੱਤੀ, ਉਹਦੇ ਤੋਂ ਬਾਅਦ ਤੇਰੀ ਆਤਮਾ ਨੇ ਨਾ ਆਣ ਕੇ ਪੁੱਤ ਵੇਖੇ, ਨਾ ਘਰ ਵੇਖਿਆ, ਨਾ ਆਪਣਾ ਬਾਕੀ ਪਰਿਵਾਰ ਵੇਖਿਆ, ਕਿਸੇ ਨੇ ਨਹੀਂ ਵੇਖਿਆ ਆਣ ਕੇ ਮੁੜ। इस गल नूं अनुभव करके, एहसास करके कि दाता जी जे मेरी जिंदगी चलती है, मेरी जिंदगी दे साह चलते हैं, तो तू मेरे प्राणा दा राखा है तां चलते हैं, ते उस प्राणा दे पति नूं मैं मिलना आ हुण। क्योंकि मनुख जिंदगी किते दुनिया दे कल्ले धंधे करन वास्ते थोड़ा मिली सी। आपां बड़ी वार साहब बचन रोज पढ़दे हां, रहरास साहब दा पाठ करन वाले गुरसिख भई प्राप्त मानुख दे उरिया, गोबिंद मिलन की तेरी बरिया। ये तो रब नूं मिलण दी वारी मिली सी, भुले ही रहे सारी जिंदगी। जिदन उन्हें चेता आ गया भी मेरे प्राणा दा एक एक साह अंदर जांदा, एक एक साह बाहर आउंदा, ये ते परमात्मा आ, जे साह दिंदा ते आउणा, नहीं दिंदा ते खत्म हो जाना। ते जिहड़ा परमात्मा इन्नियां दातां दे के मैनूं नवाज रिहा, मैं हुण उहनूं मिलना आ, मैं उहनूं मिलना आ, मैं उहनूं अपनी जिंदगी दा पति बना के उहनूं मिलना आ, मैं उन्होंने अपनी जिंदगी का स्वामी बना के उन्होंने मिलना आ, मैं अपनी जिंदगी का बाकी समा हुण उहदे नाल रह के गुजारना चाहुंदी हां। ये साडी जिंद आत्मा की अरदास है। इस करके अरदास है, कमन गुण प्राण पत मिलो मेरी माई। हे मेरे माता रूप गुरु सच्चे पातशाह जी, माता रूप महात्मा जी, किहड़े गुण ने वो जिन्हां करके मेरे वो प्राणा दा पति जिहदे आसरे नाल मेरे साह चलदे ने, वो मिल पए मैनूं, वो किहड़े गुण ने। हुण गुणां दी गल ते अगे भी कर रहे हैं, इत्थे थोड़ी जी होर व्याख्या हो सकती है। भगत साहबान भगत फरीद साहब जी के चरणों में भी किसी ने सवाल किया है इस गल का, कि वो सवाल वाले अखरां नूं भी भगत फरीद साहब जी ने बाणी दीयां पंक्तियां बनाया, ते फिर जिहड़ा उस सवाल के जवाब विच आंसर दिता, वो आंसर वालियां बचनां नूं भी पंक्तियां बनाया। कमन सो अखर कमन गुण कमन सो मणिया मंत, कमन सो वेसो हो करी जित वस आवे कंत। भगत फरीद साहब जी के चरणों में किसी जग्यासू की बेनती है, कमन सो गुण, केड़ा गुण आ, केड़ा मंत्र आ, केड़ा वेस आ, केड़ा लिबास आ, केड़ा गुण आ जिहड़ा मैं धारण करा ते जिहदे नाल मेरा कंत मैनूं मिल पे, मेरा पति परमात्मा मैनूं मिल पे। ये एक सवाल सी। फिर अगे नाल ही आप जी ने जे किते भगत फरीद साहब जी के श्लोक पढ़े सुने होण ते नाल दा ही अगला श्लोक है, निमन सो अखर खवन गुण जिहबा मणिया मंत। निर्माणता दा गुण रख। जेड़े गल संसारक घर विच मां बाप दा घर छड्ड के धी ने पेके घर तो ससुराल घर विच वसना है, ते जे पेके घर दा मान हंकार नाल लैके आएगी, कदे भी सुख दा वसेबा नहीं होएगा। ये दुनियादारी दी जिंदगी आ। पर इसे तरह जे रब दे घर विच जाके वसना है, ते उत्थे तेरे अपने आप की जिंदगी का कोई भी मान लैके आए, हंकार लैके आए, एक किणका मात्र की हंकार की अंश भी होई ना, ते परमेश्वर के दर घर विच प्रवान नहीं होएगा। बड़ियां उदाहरणां इतिहास पन्नियां तो मिलणगियां। भाई साहब भाई गुरदास जी का जीवन, मेरे वर्गे की कोई हैसियत नहीं भी उन्होंने जीवन की व्याख्या कर सकां इस अंग तो जिहड़ी मैं बेनती कर देन लगा, क्योंकि इतिहास के बचन भाई गुरदास जी रचनावां के बचन ने। हुण भाई गुरदास जी वर्गा वेद व्यास ते ज्ञान ते तत बेता कोई भी नहीं हो सकता, उन्हां दी बराबरता कौन कर सकता है जिन्होंने गुरु ग्रंथ साहिब के पावन स्वरूप के लिखारी होने का मान है। पर उन्हें भी एक दिन गुरु साहिबां दे कोल बह करके कहा, जे सिख सिदक विच होवे ते फिर कौन भला उहनूं उहदे सिदक विचों डुला लै। ते धन गुरु हरगोबिंद साहिब सच्चे पातशाह ने मुस्कुरा के कहा सी, भाई गुरदास जी इस तरह ना बचन करो। जदों फिर अगे इतिहास के कड़ी चो एक परख की कसवटी लगी, साखी लंबी है, मैं 1 मिनट में समाप्त कर देनी है, कि जदों ये भाई गुरदास के अंदर एक लेश मात्र हंकार है, लेश मात्र हंकार भी जे सिख सिदक विच रहे तो फिर कौन हरा सकता है सिख के सिदक नूं। महाराज कहते अपने सिदक का भी दावा ना करी, सिदक का भी दावा ना करी, सिदक का मान ना करी कि मैं सिदकी हाँ। जे दावा करदा है तो दावा दाजन होत है, निर्दावा रह निसंक। दावे विच सड़ना ही होएगा, भुजना ही होएगा, प्राप्ति मंजिल नहीं मिल सकती।
ਭਾਈ ਗੁਰਦਾਸ ਜੀ ਨੂੰ ਇੱਕ ਬਹਾਨੇ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜਿਆਂ ਦੇ ਵਪਾਰ ਕਰਨ ਵਾਸਤੇ ਭੇਜ ਦਿੱਤਾ ਤੇ ਘੋੜਿਆਂ ਦਾ ਵਪਾਰ ਕਰਨ ਵਾਸਤੇ ਕਾਂਸ਼ੀ ਆਦਿਕ ਦੇ ਇਲਾਕੇ ਵਿੱਚ ਗਏ। ਉੱਥੇ ਸੁਦਾਗਰਾਂ ਨਾਲ ਮਿਲੇ, ਘੋੜੇ ਵੇਖੇ, ਘੋੜਿਆਂ ਦਾ ਸੌਦਾ ਕੀਤਾ, ਸੌਦਾ ਤੈਅ ਹੋ ਗਿਆ। ਜਿਹੜੇ ਤੰਬੂ ਵਿੱਚ ਬੈਠੇ ਸਨ ਉੱਥੇ ਜਿਹੜੀਆਂ ਪੇਟੀਆਂ ਭਰ ਭਰ ਕੇ, ਉਹਨਾਂ ਵੇਲੇ ਆਂਦੇ ਆ ਜਿਸ ਤਰ੍ਹਾਂ ਚਾਂਦੀ ਦੇ ਗਿਲਟ ਦੇ ਪੈਸੇ ਜ਼ਿਆਦਾ ਹੁੰਦੇ ਸੀ, ਉਹ ਜਿਹੜੀਆਂ ਪੇਟੀਆਂ ਭਰ ਭਰ ਕੇ ਘੋੜਿਆਂ ਤੇ ਖੱਚਰਾਂ ਤੇ ਲਿਆਂਦੀਆਂ ਸਨ, ਉਹਨਾਂ ਨੂੰ ਤੰਬੂ ਵਿੱਚੋਂ ਜਾ ਕੇ ਗਿਣਤੀ ਮਿਣਤੀ ਕਰਕੇ ਜਿਹੜਿਆਂ ਘੋੜਿਆਂ ਦੇ ਸੁਦਾਗਰਾਂ ਕੋਲੋਂ ਘੋੜੇ ਬਾਏ ਕੀਤੇ ਸੀ ਉਹਨਾਂ ਨੂੰ ਦੇਣੇ ਆ। ਹੁਣ ਤੰਬੂ ਵਿੱਚ ਜਾ ਕੇ ਜਦੋਂ ਉਹ ਗਿਣਤੀ ਕਰਨ ਲੱਗੇ ਧਨ ਦੀ, ਤੇ ਜਿਹੜੀ ਵੀ ਪੇਟੀ ਖੋਲਦੇ ਨੇ ਉਹਦੇ ਵਿੱਚੋਂ ਠੀਕਰਾਂ ਨਿਕਲਦੀਆਂ ਨੇ। ਜਿਹੜੀ ਪੇਟੀ ਖੋਲੀ ਉਹਦੇ ਵਿੱਚੋਂ ਠੀਕਰਾਂ ਨਿਕਲੀਆਂ, ਦੂਜੀ ਖੋਲੀ, ਤੀਜੀ ਖੋਲੀ, ਚੌਥੀ ਖੋਲੀ, ਜਿੰਨੀਆਂ ਪੇਟੀਆਂ ਉਹ ਪੈਸਿਆਂ ਵਾਲੀਆਂ ਖੋਲੀਆਂ ਸਾਰਿਆਂ ਵਿੱਚੋਂ ਠੀਕਰਾਂ ਹੀ ਨਿਕਲੀਆਂ। ਭਾਈ ਗੁਰਦਾਸ ਜੀ ਘਬਰਾ ਗਏ ਕਿ ਮੈਂ ਬਾਹਰ ਸੁਦਾਗਰਾਂ ਨਾਲ ਵਚਨ ਕਰਕੇ ਆ ਗਿਆ, ਗੁਰੂ ਕਾ ਸਿੱਖ ਹਾਂ, ਜੇ ਹੁਣ ਬਾਹਰ ਜਾ ਕੇ ਕਹਿੰਦਾ ਵੀ ਮੇਰੇ ਕੋਲ ਤੇ ਪੈਸੇ ਹੈ ਨਹੀਂ, ਇਹਦੇ ਵਿੱਚ ਬੇਇੱਜ਼ਤੀ ਆ। ਇਸ ਵਾਸਤੇ ਆਪਣੀ ਉਸ ਇੱਜ਼ਤ ਦਾ ਪਰਦਾ ਰੱਖਿਆ ਰਵੇ, ਢਕਿਆ ਰਵੇ। ਇਸ ਗੱਲ ਨੂੰ ਜਾਣ ਕੇ ਭਾਈ ਗੁਰਦਾਸ ਜੀ ਬਾਹਰ ਆਣ ਕੇ ਸੁਦਾਗਰਾਂ ਨੂੰ ਨਹੀਂ ਮਿਲੇ, ਉਸੇ ਤੰਬੂ ਦਾ ਪਿਛਲਾ ਪਰਦਾ ਪਾਰ ਕੇ ਤੇ ਚੋਰੀ ਨਿਕਲ ਕੇ ਭੱਜ ਗਏ। ਉਸ ਸਮੇਂ ਤੋਂ ਕਈ ਸਮਾਂ ਭਾਈ ਸਾਹਿਬ ਗੁਰਦਾਸ ਜੀ ਗੁਪਤ ਰਹੇ ਗੁਰੂ ਕੀ ਸੰਗਤਾਂ ਦੇ ਗਿਆਨ ਵਿੱਚੋਂ। ਪਰ ਉਸ ਵੇਲੇ ਦੀ ਕਥਾ ਵਾਰਤਾ ਜੇ ਹੋਰ ਇਹਦੇ ਨਾਲ ਜੋੜਨੀ ਹੋਵੇ ਤੇ ਬੜੀ ਅਚਰਜ ਹੈ, ਕਿਉਂਕਿ ਉਸ ਵੇਲੇ ਗੁਪਤ ਰੂਪ ਵਿੱਚ ਚਲੇ ਗਏ ਤੇ ਜਾ ਕੇ ਕਾਂਸ਼ੀ ਸ਼ਹਿਰ ਵਿੱਚ ਆਪਣਾ ਹੁਲੀਆ ਬਦਲ ਕੇ ਰਹੇ, ਤੇ ਬਦਲ ਕੇ ਵੀ ਜਿੱਥੇ ਬਹਿੰਦੇ ਨੇ ਸਿੱਖੀ ਦਾ ਪ੍ਰਚਾਰ ਕਰਦੇ ਨੇ। ਆਪ ਜੀ ਨੂੰ ਸ਼ਾਇਦ ਪਤਾ ਹੋਵੇ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ 39 ਵਾਰਾਂ ਨੇ ਜਿਹੜੀਆਂ ਗੁਰਬਾਣੀ ਦੀ ਕੁੰਜੀ ਕਹਿ ਕੇ ਮੇਰੇ ਸਤਿਗੁਰੂ ਨੇ ਸਤਿਕਾਰਨ ਕੀਤੀਆਂ ਨੇ, ਤੇ ਨਾਲ ਹੀ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੇ, ਸ਼ਾਇਦ ਜੇ ਮੈਂ ਨੰਬਰ ਨਾ ਭੁੱਲਦਾ ਹਾਂ ਤੇ 556 ਕਬਿੱਤ ਸਵਈਏ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚੋਂ, ਜਿਹਦੇ ਵਿੱਚ ਅਧਿਆਤਮਕਤਾ ਦਾ, ਸੰਸਾਰ ਦਾ, ਸਾਰੇ ਧਰਮਾਂ ਦਾ ਬਹੁਤ ਵੱਡਾ ਖੁਲਾਸਾ ਹੈ ਗਿਆਨ ਦਾ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚ। ਤੇ ਇਹ ਸਾਰੇ ਜਿਹੜੇ ਕਬਿੱਤ ਸਵਈਏ ਭਾਈ ਗੁਰਦਾਸ ਦੀਆਂ ਰਚਨਾਵਾਂ ਨੇ ਨਾ, ਜਦੋਂ ਇਸ ਤਰ੍ਹਾਂ ਘੋੜਿਆਂ ਦੀ ਸੁਦਾਗਰੀ ਤੋਂ ਚੋਰੀ ਭੱਜ ਕੇ ਕਾਂਸ਼ੀ ਵਿੱਚ ਰਹੇ ਨੇ, ਉਦੋਂ ਵਿਚਾਰ ਚਰਚਾ ਵਿੱਚ ਰਚੇ ਨੇ ਸਾਰੇ। ਲੰਮਾ ਸਮਾਂ ਇਸੇ ਤਰ੍ਹਾਂ ਰਹੇ ਉੱਥੇ। ਪਰ ਉਧਰੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਮਾਂ ਪਾ ਕੇ ਇੱਕ ਹੁਕਮਨਾਮਾ ਭੇਜਿਆ। ਵੇਖੋ ਗੁਰੂ ਦਾ ਹੁਣ ਕੌਤਕ ਆ। ਸਤਿਗੁਰੂ ਨੇ ਕਾਂਸ਼ੀ ਦੀ ਸੰਗਤ ਨੂੰ ਹੁਕਮਨਾਮਾ ਭੇਜਿਆ ਕਿ ਸਾਡਾ ਚੋਰ ਇੱਕ ਕਾਂਸ਼ੀ ਵਿੱਚ ਇਧਰਲੇ ਇਲਾਕੇ ਵਿੱਚ ਆਇਆ, ਗੁਰੂ ਘਰ ਦਾ ਚੋਰ, ਤੇ ਤੁਹਾਨੂੰ ਕਿਸੇ ਨੂੰ ਉਹਦਾ ਪਤਾ ਲੱਗੇ ਤੇ ਸਾਨੂੰ ਛੇਤੀ ਨਾਲ ਇਤਲਾਹ ਕੀਤੀ ਜਾਏ। ਜੇ ਤੁਹਾਡੇ ਕੋਲੇ ਉਹ ਕਾਬੂ ਆਵੇ ਤੇ ਪੁਸ਼ਤਾਂ ਬੰਨ ਕੇ ਉਹਨੂੰ ਸਾਡੇ ਪੇਸ਼ ਕੀਤਾ ਜਾਏ। ਹੁਣ ਜਿਹੜੀਆਂ ਸੰਗਤਾਂ ਵਿੱਚ ਰੋਜ਼ਾਨਾ ਭਾਈ ਗੁਰਦਾਸ ਜੀ ਗੁਰਮਤਿ ਦਾ ਪ੍ਰਚਾਰ ਕਰਦੇ ਸਨ, ਉਹ ਹੁਕਮਨਾਮਾ ਉਸੇ ਸੰਗਤ ਵਿੱਚ ਪਹੁੰਚ ਗਿਆ। ਸੰਗਤ ਵਿੱਚ ਵਿਚਾਰ ਚਰਚਾ ਤੋਂ ਬਾਅਦ ਇੱਕ ਸਿੱਖ ਨੇ ਕਿਹਾ, ਜੀ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮਨਾਮਾ ਆਇਆ, ਆਪਾਂ ਸੰਗਤ ਵਿੱਚ ਪੜ੍ਹ ਕੇ ਸੁਣਾਉਣਾ ਚਾਹੁੰਦੇ ਹਾਂ। ਉਸ ਵੇਲੇ ਜਦੋਂ ਹੁਕਮਨਾਮਾ ਸਾਹਿਬ ਪੜ੍ਹ ਕੇ ਸੁਣਾਇਆ ਤੇ ਫਿਰ ਉਸ ਵੇਲੇ ਆਪਣੀ ਨਿਰਮਾਣਤਾ ਸਹਿਤ ਭਾਈ ਗੁਰਦਾਸ ਜੀ ਹਾਜ਼ਰ ਹੋ ਗਏ। ਕਹਿਣ ਲੱਗੇ, ਸਾਧ ਸੰਗਤ ਜੀ, ਉਹ ਚੋਰ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਲੱਭ ਰਹੇ ਨੇ ਉਹ ਮੈਂ ਹਾਂ। ਫਿਰ ਕਾਂਸ਼ੀ ਦੀ ਸਾਰੀ ਸੰਗਤ ਨਾਲ ਚੱਲ ਕੇ ਭਾਈ ਗੁਰਦਾਸ ਜੀ ਉੱਥੋਂ ਹੀ ਆਪਣੇ ਹੱਥ ਪਿੱਛੇ ਆਪਣੀਆਂ ਮੁਸ਼ਕਾਂ ਬੰਨ ਕੇ ਚੋਰ ਵਾਂਗ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਣ ਕੇ ਅੰਮ੍ਰਿਤਸਰ ਪਹੁੰਚੇ ਸੀ ਤੇ ਆਣ ਕੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ, ਜੇ ਗੁਰ ਸਾਂਗ ਵਰਤਾਇਆ ਕਿਆ ਸਿੱਖ ਵਿਚਾਰਾ। ਜਿਹੜੀ ਪਹਿਲੋਂ ਗੱਲ ਕਹੀ ਸੀ ਨਾ ਵੀ ਜੇ ਗੁਰੂ ਕਾ ਸਿੱਖ ਸਿਦਕ ਵਿੱਚ ਹੋਵੇ ਤੇ ਸਿਦਕ ਵਿੱਚ ਹੋਏ ਨੂੰ ਭਲਾ ਕੌਣ ਡੁਲਾ ਸਕਦਾ ਹੈ। ਪਰ ਸਤਿਗੁਰੂ ਸਾਹਿਬ ਦੇ ਚਰਨਾਂ ਚ ਆਣ ਕੇ ਬੇਨਤੀ ਕੀਤੀ ਸੀ, ਦਾਤਿਆ ਜੇ ਤੂੰ ਸਾਂਗ ਰਚ ਦੇਵੇਂ ਨਾ ਤੇ ਸਿੱਖ ਦਾ ਸਿਦਕ ਤੇ ਵਿਚਾਰੇ ਦਾ ਤੋਸ਼ੀ ਆ ਕੁਝ ਵੀ ਨਹੀਂ, ਪਤਾ ਨਹੀਂ ਕਿਹੜੇ ਵੇਲੇ ਡੋਲ ਜਾਏ। ਭਾਵ ਕਿ ਤੇਰੇ ਅੰਦਰ ਆਪਣੇ ਆਪ ਦੇ ਸਿਦਕੀ ਹੋਣ ਦੀ ਵੀ ਇੱਕ ਲੇਸ਼ ਮਾਤਰ ਹਉਮੈ ਪੈਦਾ ਹੋਈ ਤੇ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਪ੍ਰਵਾਨ ਨਹੀਂ ਹੋ, ਮੈਨੂੰ ਪ੍ਰਵਾਨ ਨਹੀਂ ਹੋ। ਸੋ ਇਸ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੇਰੇ ਪ੍ਰਾਣਾਂ ਦਾ ਸਾਹ ਚੱਲਦਾ ਹੈ, ਮੈਂ ਜ਼ਿੰਦਗੀ ਵਿੱਚ ਤੁਰਿਆ ਫਿਰਦਾ ਪਰ ਮੇਰੀ ਇਹ ਜ਼ਿੰਦਗੀ ਦਾ ਮੈਨੂੰ ਤੇ ਮਾਣ ਹੀ ਕੋਈ ਨਹੀਂ। ਮੈਨੂੰ ਪਤਾ ਹੈ ਵੀ ਇਹ ਸਾਹਾਂ ਦੀ ਡੋਰ ਤੇ ਵੱਜੀ ਹੋਈ ਤੇਰੇ ਹੁਕਮ ਵਿੱਚ ਹੈ। ਜੇ ਤੇਰੇ ਹੁਕਮ ਨਾਲ ਸਾਹ ਚੱਲਦਾ, ਅੰਦਰ ਜਾਂਦਾ ਤੇ ਜਾਂਦਾ, ਜੇ ਬਾਹਰ ਆਉਂਦਾ ਤੇ ਆਉਂਦਾ, ਜੇ ਤੂੰ ਬੰਦ ਕਰਦਾ ਹੈ ਤੇ ਤੇਰੇ ਹੁਕਮ ਵਿੱਚ ਇੱਕ ਛੇ ਨਹੀਂ ਲੱਗਣਾ ਹੈ। ਇਹ ਤਨ ਨੂੰ, ਜਿਹੜੇ ਤਨ ਦਾ ਮੈਂ ਮਾਣ ਕਰਦਾ, ਹੰਕਾਰ ਕਰਦਾ, ਇਹ ਮਿੱਟੀ ਦੀ ਢੇਰੀ ਬਣ ਕੇ ਬਹਿ ਜਾਣਾ। ਤੇ ਜਿਹੜਾ ਉਹ ਸਾਰੇ ਪ੍ਰਾਣਾਂ ਦਾ ਆਸਰਾ ਪ੍ਰਮਾਤਮਾ ਵਾ, ਮੇਰੀ ਹੁਣ ਅਰਦਾਸ ਹੈ ਵੀ ਉਸ ਪ੍ਰਾਣਾਂ ਦੇ ਆਸਰੇ ਨੂੰ ਮਿਲਿਆ ਕਿਵੇਂ ਜਾਏ। ਤੇ ਫਿਰ ਮਹਾਰਾਜ ਕਹਿੰਦੇ, ਖਵਣ ਸਵੇਸੇ ਤੇਰੇ ਨਿਮਨ ਸੋ ਅੱਖਰ, ਨਿਰਮਾਣਤਾ ਦਾ ਅੱਖਰ, ਤੇ ਫਿਰ ਖਵਣ ਗੁਣ। ਖਵਣ ਦਾ ਅਰਥ ਕੀਤਾ ਜਾਂਦਾ ਸਹਿਨਸ਼ੀਲਤਾ, ਸਹਾਰਨ ਸ਼ਕਤੀ।
ਭਾਵ ਕਿ ਜੋ ਵੱਡਿਆਂ ਵੱਲੋਂ ਜਾਂ ਬਾਕੀਆਂ ਵੱਲੋਂ ਕਿਤੇ ਕੋਈ ਐਸਾ ਬੋਲ ਕਿਹਾ ਜਾਏ, ਕੋਈ ਐਸਾ ਅੱਖਰ ਕਿਹਾ ਜਾਏ, ਭਾਵੇਂ ਇਹਦੀ ਵਿਦਵਾਨ ਵਿਆਖਿਆ ਇਹ ਕਰਦੇ ਨੇ ਵੀ ਭਾਵੇਂ ਉਹ ਤੇਰੇ ਨਾਲ ਲਿੰਕਡ ਵੀ ਨਾ ਹੋਵੇ। ਕਈ ਵਾਰੀ ਐਸਾ ਹੁੰਦਾ ਹੈ ਘਰਾਂ ਵਿੱਚ ਵੀ ਗੁੱਸਾ ਕਿਸੇ ਹੋਰ ਤੇ ਹੁੰਦਾ ਤੇ ਆਣ ਕੇ ਹੋਰ ਕਿਸੇ ਤੇ ਨਿਕਲ ਜਾਂਦਾ। ਕਹਿੰਦੇ ਇੱਕ ਛਿਨ ਵਿੱਚ ਹੋ ਸਕਦਾ ਉਹ ਗੁੱਸੇ ਵਾਲਾ ਬੋਲ ਤੇਰੇ ਪ੍ਰਤੀ ਯੋਗ ਵੀ ਨਾ ਹੋਵੇ, ਕਿਉਂ ਤੇਰਾ ਗੁਨਾਹ ਨਾ ਹੋਵੇ ਕੋਈ ਵੀ, ਪਰ ਤੇਰੇ ਉੱਤੇ ਕੋਈ ਗੁੱਸੇ ਦਾ ਬੋਲ ਬੋਲਿਆ ਗਿਆ, ਉਹਨੂੰ ਖਵਨ ਕਰ ਜਾ, ਉਹਨੂੰ ਜਰ ਜਾ, ਉਹਨੂੰ ਸਹਾਰ ਜਾ, ਤੇ 2 ਛਿਨਾਂ ਬਾਅਦ ਹੀ ਮੁੜ ਕੇ ਜਾ ਕਰਕੇ ਆਪਣੀ ਸਫਾਈ ਦੱਸੇਗਾ ਤੇ ਸਮਝ ਜਾਏਗਾ ਬਾਕੀ ਪਰਿਵਾਰ ਵੀ ਨਹੀਂ ਗਲਤੀ ਹੋ ਗਈ, ਤੇਰਾ ਔਗਣ ਨਹੀਂ ਸੀ, ਔਗਣ ਤੇ ਕਿਸੇ ਹੋਰ ਦਾ ਸੀ। ਤੇ ਜੇ ਉਸੇ ਵੇਲੇ ਅੱਗੋਂ ਜਵਾਬ ਦਓਗੇ ਤੇ ਲੜਾਈ ਪਏਗੀ, ਬਖੇੜਾ ਪਏਗਾ। ਇਸ ਕਰਕੇ ਭਗਤ ਫਰੀਦ ਜੀ ਕਹਿੰਦੇ ਨਿਮਨ ਸੋ ਅੱਖਰ ਖਮਣ ਗੁਣ ਜਿਹਬਾ ਮਣੀਆਂ ਮੰਤ, ਤੇ ਜ਼ਬਾਨ ਨਾਲ ਪਰਮੇਸ਼ਰ ਦੇ ਨਾਮ ਦਾ ਮੰਤਰ ਜਪਿਆ ਕਰ, ਕਦੇ ਤੇਰੇ ਘਰ ਵਿੱਚ ਲੜਾਈ ਨਹੀਂ ਹੋਏਗੀ। ਹਾਸ ਰਸ ਵਿੱਚ ਇੱਕ ਗੁਣ ਨਿੱਕਾ ਜਿਹਾ ਸੁਣਾਉਂਦੇ ਨੇ ਵਿਦਵਾਨ ਇੱਥੇ ਆਣ ਕਰਕੇ, ਕਹਿੰਦੇ ਨਹੁੰ ਸੱਸ ਦੀ ਬੜੀ ਲੜਾਈ ਹੁੰਦੀ, ਰੋਜ਼ ਹੀ ਕਹਿੰਦੇ ਹੁੰਦੇ ਜੰਗ ਹੀ ਚੱਲਦਾ ਘਰ ਦੇ ਵਿੱਚ। ਨਹੁੰ ਕਹਿੰਦੀ ਹੈ ਸੱਸ ਦੀ ਗਲਤੀ ਹੈ, ਉਹ ਲੜਦੀ ਹੈ, ਸੱਸ ਕਹਿੰਦੀ ਹੈ ਨਹੁੰ ਦੀ ਗਲਤੀ, ਉਹ ਲੜਦੀ ਹੈ। ਹਾਰ ਕੇ ਨਹੁੰ ਵਿਚਾਰੀ ਜਾ ਕਰਕੇ ਕਿਸੇ ਸਿਆਣੇ ਕੋਲ ਮੰਤਰ ਕਰਵਾਉਣ ਗਈ ਵੀ ਮੇਰੇ ਘਰ ਵਿੱਚ ਬੜੀ ਲੜਾਈ ਹੁੰਦੀ ਹੈ। ਭੁਲੇਖਾ ਅੱਜ ਸਾਡੀਆਂ ਬੀਬੀਆਂ ਨੂੰ ਵੀ ਹੋਈ ਹੈ ਵੀ ਮੰਤਰ ਸ਼ੰਤਰ ਕਰਵਾ ਕਰਕੇ ਆਪਣੇ ਬਾਂਹ ਦੇ ਡੋਲੇ ਨਾਲ ਕੋਈ ਧਾਗਾ ਬੰਨ ਲਓ ਤੇ ਸਾਡੇ ਘਰ ਦੀਆਂ ਲੜਾਈਆਂ ਮਿਟ ਜਾਣਗੀਆਂ, ਜਾਂ ਇਸੇ ਤਰ੍ਹਾਂ ਕੋਈ ਗਲ 'ਚ ਪਾ ਲਓ ਤੇ ਲੜਾਈਆਂ ਮਿਟ ਜਾਣਗੀਆਂ, ਇਹਨਾਂ ਨਾਲ ਕੁਝ ਨਹੀਂ ਹੋਣਾ। ਉਸ ਵੇਲੇ ਗਈ ਜੀ ਮੇਰੇ ਘਰ, ਮੇਰੀ ਸੱਸ ਬੜੀ ਕਪੱਤੀ, ਮੇਰੀ ਸੱਸ ਬੜੀ ਲੜਦੀ, ਉਹ ਨਹੀਂ ਹਟਦੀ, ਤੇ ਕਹਿਣ ਲੱਗੇ ਫਿਰ ਇੱਕ ਮੰਤਰ ਤੈਨੂੰ ਦੇਣਾ ਹੈ। ਉਹਨਾਂ ਨੇ ਬਿਨਾਂ ਹੀ ਕਿਸੇ ਅੱਖਰ ਤੋਂ, ਬਿਨਾਂ ਹੀ ਕਿਸੇ ਲਫ਼ਾਜ਼ ਤੋਂ ਇੱਕ ਮੰਤਰ, ਛੋਟਾ ਜਿਹਾ ਕਾਗਜ਼ ਦਾ ਟੁਕੜਾ ਲੈ ਕੇ ਇੱਕ ਤਵੀਜ਼ ਜਿਹੇ ਦੇ ਵਿੱਚ ਲਪੇਟ ਕੇ, ਉਹਨੂੰ ਜਿੱਦਾਂ ਤਾਂਬੇ ਜਿਹੇ ਹੁੰਦਾ ਤਵੀਜ਼ ਦਿੰਦੇ, ਉਹਦੇ ਵਿੱਚ ਲਪੇਟ ਕੇ ਤੇ ਦੇ ਦਿੱਤਾ। ਕਹਿਣ ਲੱਗੀ ਜੀ ਮੈਂ ਬਾਂਹ ਨਾਲ ਬੰਨਾ ਕਿ ਗਲ 'ਚ ਪਾਵਾਂ ਕਿ ਪੈਰ 'ਚ ਪਾਵਾਂਗੇ, ਨੇ ਕਿਤੇ ਨਹੀਂ ਪਾਉਣਾ। ਜਦੋਂ ਅੱਗਿਓਂ ਤੇਰੀ ਸੱਸ ਲੜਨ ਲੱਗੇ ਉਸੇ ਵੇਲੇ ਇਸ ਤਵੀਤ ਨੂੰ ਆਪਣੇ ਦੰਦਾਂ 'ਚ ਲੈ ਕੇ ਰੱਖਣਾ, ਸੁੱਟਣਾ ਨਹੀਂ, ਡਿੱਗਣਾ ਨਹੀਂ ਚਾਹੀਦਾ ਦੰਦਾਂ ਤੋਂ। ਉਸ ਵੇਲੇ ਇਹ ਕੀ ਹੋਇਆ? ਫਿਰ ਅੱਗੇ ਘਰ ਗਈ, ਲੜਾਈ ਸ਼ੁਰੂ ਹੋ ਗਈ, ਤੇ ਛੇਤੀ ਨਾਲ ਭੱਜ ਕੇ ਜਾ ਕਰਕੇ ਇੱਕ ਜਾਣੀ ਨੇ ਆਪਣੇ ਦੰਦਾਂ ਵਿੱਚੋਂ ਤਵੀਤ ਲੈ ਲਿਆ। ਜਿੰਨਾ ਚਿਰ ਹੁਣ ਤਵੀਤ ਦੰਦਾਂ 'ਚ ਰੱਖਣਾ, ਬੋਲਿਆ ਨਹੀਂ ਜਾਣਾ ਅੱਗੇ। ਉਹ ਇੱਕ ਦਿਨ ਇੱਕ ਪਾਸਾ ਬੋਲ ਕੇ ਰੌਲਾ ਲੱਪਾ ਪਾ ਕੇ ਹਟ ਗਿਆ ਵੀ ਅੱਗੇ ਜਵਾਬ ਹੀ ਨਹੀਂ ਦਿੰਦੀ ਹੁਣ ਕੋਈ। ਦੂਜੇ ਦਿਨ ਫਿਰ ਇਸੇ ਤਰ੍ਹਾਂ ਲੜਾਈ ਆਰੰਭ ਹੋਈ, ਉਹਨੇ ਭੱਜ ਕੇ ਫਿਰ ਉਹੀ ਤਵੀਤ ਦੰਦਾਂ 'ਚ ਲੈ ਲਿਆ, ਬੋਲਣਾ ਬੰਦ ਹੋ ਗਿਆ। ਇੱਕ ਦਿਨ ਲੰਘ, 2 ਦਿਨ ਲੰਘ, 4 ਦਿਨ ਲੰਘ, ਤੇ ਉਹ ਲੜਾਈ ਖਤਮ ਹੋ ਗਈ। ਇੱਕ ਜਾਣਾ ਹਾਰ ਕੇ ਮੁੜ ਕੇ ਹਟ ਹੀ ਜਾਣਾ ਵੀ ਮੈਂ ਬੋਲੀ ਜਾਣਾ ਪਾਗਲਾਂ ਵਾਂਗੂ, ਦੂਜਾ ਅੱਗੋਂ ਜਵਾਬ ਹੀ ਨਹੀਂ ਦਿੰਦਾ ਲੜਾਈ ਦਾ। ਇਹਦਾ ਲੜਾਈ ਦਾ ਅਰਥ ਹੀ ਕੋਈ ਨਹੀਂ ਰਹਿ ਗਿਆ। ਘਰ ਦਾ ਉਹ ਘਮਸਾਨ ਦਾ ਜੁੰਦ ਖਤਮ ਹੋ ਗਿਆ। ਜਾ ਕਰਕੇ ਉਸੇ ਸਾਧੂ ਨੂੰ ਬੇਨਤੀ ਕੀਤੀ, ਬੜੀ ਸ਼ਕਤੀ ਤੁਹਾਡੇ ਮੰਤਰ 'ਚ। ਕਹਿੰਦਾ ਸ਼ਕਤੀ ਕੋਈ ਨਹੀਂ, ਤੇਰੀ ਜ਼ਬਾਨ ਦਾ ਹੀ ਗੁਣ ਸੀ। ਜਦੋਂ ਇੱਕ ਦੇ ਅੱਗਿਓਂ 4 ਸੁਣਾਵੇਂਗੀ ਤੇ ਅਗਲੇ ਨੇ ਵੀ ਤੇਰੇ ਚਵਾਂ ਦੇ 8 ਬਣਾ ਕੇ ਸੁਣਾਉਣੇ ਨੇ। ਜੇ ਇੱਕ ਜਾਣਾ ਉਸ ਲੜਾਈ ਵਿੱਚੋਂ ਬੋਲਣਾ ਕਿਤੇ 2 ਖਿਣ ਵਾਸਤੇ ਬੰਦ ਹੋ ਜਾਏ ਤੇ ਲੜਾਈਆਂ ਖਤਮ ਹੋ ਸਕਦੀਆਂ ਨੇ। ਇਸ ਕਰਕੇ ਜ਼ਬਾਨ ਨਾਲ ਜੇ ਬੋਲਣਾ ਹੈ ਤੇ ਪਰਮੇਸ਼ਰ ਦੇ ਨਾਮ ਦਾ ਮੰਤਰ ਬੋਲ, ਨਾਮ ਦਾ ਮੰਤਰ ਬੋਲ। ਭਗਤ ਫਰੀਦ ਜੀ ਨੇ ਇਹ ਸਵਾਲ ਦਾ ਜਵਾਬ ਦੇ ਕੇ ਕਿਹਾ ਸੀ, ਨਿਮਨ ਸਵੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ, ਇਹ 3 ਭੈਣੇ ਵੇਸ ਕਰ ਤਾਂ ਵਸ ਆਵੇ ਕੰਤ। ਜੇ ਇਹ 3 ਗੁਣ ਅਪਣਾ ਲੈ ਨਾ ਆਪਣੀ ਜ਼ਿੰਦਗੀ ਵਿੱਚ, ਪ੍ਰਤੱਖ ਵੀ ਤੇਰਾ ਪਤੀ ਤੇਰੇ ਵਸ ਵਿੱਚ ਆ ਜਾਏਗਾ, ਤੇ ਫਿਰ ਦੁਨੀਆ ਦਾ ਮਾਲਕ, ਸਾਰੀ ਕਾਇਨਾਤ ਦਾ ਪਰਮੇਸ਼ਰ ਮਾਲਕ ਪਰਮਾਤਮਾ ਵੀ ਤੇਰੇ ਮਗਰ ਫਿਰੇਗਾ। ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ। ਭਗਤ ਸਾਹਿਬਾਨ, ਭਗਤ ਫਰੀਦ ਕਬੀਰ ਜੀ ਦਾ ਇੱਕ ਸ਼ਲੋਕ ਆਉਂਦਾ, ਆਪ ਜੀ ਨੇ ਪੜਿਆ ਸੁਣਿਆ ਹੋਵੇਗਾ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ। ਕਹਿੰਦੇ ਇਸ ਤਰ੍ਹਾਂ ਮਨ ਨਿਰਮਲ ਹੋ ਗਿਆ, ਔਗੁਣਾਂ ਵੱਲੋਂ ਸਾਫ਼ ਹੋ ਗਿਆ, ਤੇ ਜਿਹੜੇ ਪ੍ਰਮਾਤਮਾ ਨੂੰ ਲੱਭਦੇ ਫਿਰਦੇ ਸੀ ਉਹ ਪ੍ਰਮਾਤਮਾ ਲੱਭਦਾ ਫਿਰਦਾ ਹੈ। ਕਬੀਰ ਕਿੱਥੇ ਆ, ਕਬੀਰ ਦੇ ਮਗਰ ਫਿਰਦਾ ਹੈ ਉਹ ਪ੍ਰਮਾਤਮਾ। ਇੱਥੇ ਹੁਣ ਬੇਨਤੀ ਹੈ, ਉਹੀ ਬੇਨਤੀ ਆ, ਕਮਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ। हे ਮੇਰੇ ਪ੍ਰਮਾਤਮਾ ਪਰਮੇਸ਼ਰ ਦੇ ਪਿਆਰਿਓ, ਮੈਨੂੰ ਉਹ ਪ੍ਰਮਾਤਮਾ ਕਿਵੇਂ ਮਿਲੇ? ਕਿਹੜੇ ਗੁਣ ਨੇ ਜਿਨ੍ਹਾਂ ਨੂੰ ਅਪਣਾ ਕਰਕੇ ਮੈਂ ਉਸ ਪ੍ਰਮਾਤਮਾ ਨੂੰ ਮਿਲ ਸਕਦੀ ਹਾਂ? ਤੇ ਪਹਿਲੇ ਅਰਥ ਵਿੱਚ ਆਪਾਂ ਦੁਨੀਆਦਾਰੀ ਦਾ ਅਰਥ ਕਰ ਚੁੱਕੇ ਹਾਂ। ਇਹਦੇ ਵਿੱਚ ਹੁਣ ਅਧਿਆਤਮਿਕ ਮਾਰਗ ਦੇ ਗੁਣ ਆਉਣੇ ਨੇ। ਕਹਿਣ ਲੱਗੇ ਰੂਪਹੀਨ ਬੁੱਧ ਬਲਹੀਨੀ ਮੋਹੇ ਪ੍ਰਦੇਸ਼ਨ ਦੂਰ ਤੇ ਆਏ, ਸੱਚੇ ਪਾਤਸ਼ਾਹ ਮੇਰਾ ਰੂਪ ਵੀ ਚੰਗਾ ਨਹੀਂ। ਉੱਥੇ ਤੇ ਹੁਣ ਸੀਗਾ ਬਾਹਰਲਾ ਰੂਪ, ਵੀ ਆਪਣੇ ਮੂੰਹ ਸਰੀਰ ਆਦਿਕ ਦੇ ਉੱਤੇ ਬੜੀਆਂ ਕਰੀਮਾਂ ਸ਼ਰੀਮਾਂ ਲਾ ਕੇ ਤੇ ਦੁਨੀਆ ਦਾ ਰੰਗ ਰੂਪ ਚਿੱਟਾ ਦਿਖਾ ਕੇ, ਸਾਫ਼ ਸੁਥਰਾ ਦਿਖਾ ਕੇ ਮੁਣਾ। ਇਧਰਲੇ ਬੰਨੇ ਕਹਿੰਦੇ ਜੇ ਹੁਣ ਪ੍ਰਮਾਤਮਾ ਪਤੀ ਨੂੰ ਪ੍ਰਸੰਨ ਕਰਨਾ ਤੇ ਇਹ ਪਾਲਸ਼ਾਂ ਨਹੀਂ ਚੱਲਣੀਆਂ, ਉੱਥੇ ਇਹ ਲੇਪਨ ਨਹੀਂ ਚੱਲਣੇ ਉਸ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ।
ਉੱਥੇ ਰੂਪ ਹੈ, ਉਹਨੂੰ ਕਹਿੰਦੇ ਨੇ ਮਨ ਦੀ ਸਫਾਈ ਦਾ ਰੂਪ ਹੋਣਾ ਚਾਹੀਦਾ ਹੈ। ਭਾਵ ਕਿ ਮਨ ਦੇ ਵਿੱਚ ਕਿੰਨਿਆਂ ਕੁ ਨਾਲ ਈਰਖ ਹੈ, ਮਨ ਦੇ ਨਾਲ ਕਿੰਨਿਆਂ ਕੁ ਨਾਲ ਵੈਰ ਕਮਾਉਣਾ ਹੈ, ਮਨ ਦੇ ਵਿੱਚ ਕਿੰਨਿਆਂ ਦੇ ਪ੍ਰਤੀ ਔਗਣ ਸੋਚਦਾ ਹੈ, ਮਨ ਦੇ ਵਿੱਚ ਕਿੰਨਿਆਂ ਦੇ ਪ੍ਰਤੀ ਨੁਕਸਾਨ ਹੋਵੇ, ਫਲਾਣੇ ਦਾ ਢੀਂਗੜੇ ਦਾ ਹੋਵੇ, ਇਹੋ ਜਿਹਾ ਕਿੰਨਾ ਕੁ ਸੋਚਦਾ ਹੈ। ਇਹ ਮਨ ਦੇ ਅੰਦਰੋਂ ਔਗਣ ਕੱਢਣੇ ਨੇ, ਮਨ ਦੀ ਸਫਾਈ ਰੂਪ ਹੋਣਾ ਚਾਹੀਦਾ ਹੈ। ਤੇ ਅਰਦਾਸ ਹੈ ਸੱਚੇ ਪਾਤਸ਼ਾਹ ਮੇਰੇ ਤੇ ਮਨ ਦੀ ਸਫਾਈ ਹੈ ਹੀ ਨਹੀਂ। ਜਗਿਆਸੂ ਦੀ ਅਰਦਾਸ ਹੈ। ਅਸੀਂ ਤੁਸੀਂ ਵੀ ਇਸੇ ਤਰ੍ਹਾਂ ਜੇ ਗੁਰੂ ਚਰਨਾਂ ਵਿੱਚ ਵਾਕਿਆ ਹੀ ਆਪਣੇ ਅੰਦਰੋਂ ਹੋ ਕੇ ਅਰਦਾਸ ਕਰਾਂਗੇ, ਗੁਰੂ ਜ਼ਰੂਰ ਸੁਣੇਗਾ। ਸੱਚੇ ਪਾਤਸ਼ਾਹ ਮੇਰੇ ਅੰਦਰ ਔਗਣ ਹੀ ਭਰੇ ਹੋਏ ਨੇ, ਮੇਰੇ ਮਨ ਦੀ ਸਫਾਈ ਵਾਲਾ ਰੂਪ ਹੈ ਹੀ ਨਹੀਂ। ਮਹਾਰਾਜ ਕਿੰਨੇ ਕ ਔਗਣਾਂ ਦਾ ਭਰਿਆ ਹੋਇਆ, ਤੇ ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ। ਦਾਤਾ ਜੀ ਗੁਣ ਤੇ ਇੱਕ ਵੀ ਨਹੀਂ ਹੈਗਾ, ਸਾਰਾ ਔਗਣਾਂ ਦਾ ਭਰਿਆ ਹੋਇਆ। ਮੈਂ ਮਨ ਦੀ ਸਫਾਈ ਕਰਕੇ ਲਿਬੜਿਆ ਹੋਇਆ ਮੈਂ ਔਗਣਾਂ ਵਿੱਚ। ਇਸ ਕਰਕੇ ਮਨ ਦੀ ਸਫਾਈ ਦਾ ਰੂਪ ਨਹੀਂ ਆ, ਇਸ ਰੂਪ ਤੋਂ ਖਾਲੀ ਆ ਮੈਂ। ਫਿਰ ਇਸੇ ਤਰ੍ਹਾਂ ਬੁੱਧ, ਤੇ ਬੁੱਧ ਅੱਗੇ ਵਿਚਾਰ ਕਰਕੇ ਵਿਦਵਾਨਾਂ ਦਾ ਅੱਖਰ ਵਰਤਦਾ। ਇੱਕ ਹੁੰਦਾ ਹੈ ਆਤਮ ਵਿਸ਼ੈਣੀ ਬੁੱਧੀ, ਇੱਕ ਹੁੰਦੀ ਆ ਵਿਸ਼ੇ ਵਿਸ਼ੈਣੀ ਬੁੱਧੀ। ਸੱਚੇ ਪਾਤਸ਼ਾਹ ਜਿਹੜੀ ਆਤਮ ਵਿਸ਼ੈਣੀ ਬੁੱਧੀ ਆ, ਆਤਮ ਵਿਸ਼ੈਣੀ ਬੁੱਧੀ ਜਿਹੜੀ ਆ ਹਰ ਕਾਰਜ ਵਿੱਚ, ਹਰ ਕੰਮ ਦੀ ਸਫਲਤਾ ਦਾ ਜਿਹੜਾ ਸਿਹਰਾ ਆ ਉਹ ਮਾਲਕ ਪਰਮੇਸ਼ਰ ਨੂੰ ਦਿੰਦੀ ਆ। ਵੀ ਪਰਮੇਸ਼ਰ ਨੇ ਇਹ ਦੁੱਖ ਦਿੱਤਾ, ਪਰਮੇਸ਼ਰ ਨੇ ਇਹ ਸੁੱਖ ਦਿੱਤਾ, ਪਰਮੇਸ਼ਰ ਨੇ ਖੁਸ਼ੀ ਦਿੱਤੀ, ਪਰਮੇਸ਼ਰ ਨੇ ਗਮੀ ਦਿੱਤੀ, ਮੇਰੇ ਕਰਮਾਂ ਦਾ ਫਲ ਹੀ ਪਰਮੇਸ਼ਰ ਦੇ ਰਿਹਾ, ਹੋਰ ਕੋਈ ਦੁਨੀਆ ਦਾ ਦੁਸ਼ਮਣ ਮੇਰੇ ਵਿੱਚ ਨਹੀਂ ਹੈਗਾ। ਇਸ ਰੂਪ ਦੇ ਵਿੱਚ ਜਿਹੜਾ ਪਰਮੇਸ਼ਰ ਨੂੰ ਸਾਰਿਆਂ ਵਿੱਚ ਜਾਣਨਾ ਮੰਨਣਾ, ਇਹ ਆ ਆਤਮ ਵਿਸ਼ੈਣੀ ਬੁੱਧੀ। ਪਰ ਇਹਦੇ ਤੋਂ ਉਲਟ ਸਾਡੀ ਬੁੱਧੀ ਆ ਵਿਸ਼ੇ ਵਿਸ਼ੈਣੀ। ਨਿੱਕੀ ਜੀ ਗੱਲ ਕੋਈ ਸਾਡੇ ਕਿਸੇ ਵੀ ਜੀਵਨ ਦੇ ਕਿਸੇ ਇੱਕ ਦਿਨ ਵਿੱਚ ਵੀ ਆ ਜਾਏ, ਭਾਵੇਂ ਕਿਸੇ ਦਾ ਉਸ ਸਾਡੇ ਦੁੱਖ ਨਾਲ ਤਲਕ ਹੋਵੇ ਨਾ ਹੋਵੇ, ਸਾਡੀ ਬੁੱਧੀ ਨੇ ਹਜ਼ਾਰਾਂ ਬਹਾਨੇ ਬਣਾ ਲੈਣੇ ਆ ਗੁਆਂਢੀ ਨੂੰ ਉਹਦਾ ਦੋਸ਼ ਦੇਣ ਵਾਸਤੇ ਵੀ ਇਹ ਫਲਾਣੇ ਕਰਕੇ ਮੈਨੂੰ ਇਹ ਦੁੱਖ ਮਿਲਿਆ। ਹਜ਼ਾਰਾਂ ਉਹਨੇ ਬਹਾਨੇ ਬਣਾ ਲੈਣੇ ਇਸ ਗੱਲ ਦੇ। ਜਦੋਂ ਤੱਕ ਇਸ ਵਿਚਾਰ ਵਿੱਚ ਬੁੱਧੀ ਬੈਠੀ ਹੋਈ ਹੈ, ਇਹ ਵਿਸ਼ੇ ਵਿਸ਼ੈਣੀ ਬੁੱਧੀ ਹੈ। ਇਸ ਕਰਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਤਮ ਵਿਸ਼ੈਣੀ ਬੁੱਧੀ ਜਿਹੜੀ ਸ਼ੁਭ ਰੂਪ ਦੇ ਵਿੱਚ ਤੈਨੂੰ ਹਰ ਕਰਤਾ ਮੰਨ ਕਰਕੇ ਤੇਰੇ ਭਰੋਸੇ ਵਿੱਚ ਜੀਵੇ, ਇਹ ਮੇਰੇ ਕੋਲੇ ਬੁੱਧੀ ਵੀ ਨਹੀਂ ਹੈਗੀ। ਇਸ ਕਰਕੇ ਮੈਂ ਇਸ ਬੁੱਧੀ ਤੋਂ ਵੀ ਖਾਲੀ ਆ, ਮਤ ਤੋਂ ਖਾਲੀ ਆ। ਫਿਰ ਬਲ ਨਾ ਹੀਨੀ, ਜਿਹੜਾ ਅੱਗੇ ਭਰਾਵਾਂ ਦਾ ਬਲ ਸੀ ਇੱਕ ਧੀ ਨੂੰ, ਇਧਰਲੇ ਬੰਨੇ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਦੇ ਗੁਣ ਇਹ ਭਰਾ ਨੇ। ਅੱਗੇ ਜਾ ਕਰਕੇ ਇੱਕ ਹੋਰ ਇਹ ਭਰਾਵਾਂ ਦੀ ਗਿਣਤੀ ਵਿੱਚ ਵਿਦਵਾਨਾਂ ਨੇ ਲਿਖਿਆ, ਉਹ ਹੈ ਸਰਵਣ ਮੰਨਣ ਨਿਧਿਆਸਣ। ਜਿਹੜੇ ਸ਼ੁਭ ਗੁਣ ਧਾਰਨ ਕਰਨੇ, ਇਹ ਚੰਗੇ ਤੇਰੇ ਬਲ ਵਾਲੇ, ਤੇਰੀ ਤਾਕਤ ਵਾਲੇ ਤੇਰੇ ਭਰਾ ਨੇ, ਤੇਰਾ ਸਾਥ ਦੇਣ ਵਾਲੇ, ਤੇਰੇ ਪਿੱਠ ਦੀ ਕੰਡ ਤੇ ਹੱਥ ਰੱਖਣ ਵਾਲੇ। ਹੁਣ ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਗੁਣਾਂ ਦੀ ਵਿਆਖਿਆ ਹੋ ਸਕਦੀ ਹੈ ਬੜੀ, ਵੀ ਵਾਕਿਆ ਕਿ ਸਾਡੀ ਜ਼ਿੰਦਗੀ ਵਿੱਚ ਹੈਗੇ ਨੇ ਕਿਤੇ ਇਹ ਗੁਣ ਆਏ ਨੇੜੇ ਤੇੜੇ। ਇਹ ਸ਼ੁਭ ਗੁਣਾ ਰੂਪੀ ਭਰਾ ਨਾਲ ਹੈਗੇ ਨੇ ਸਾਡੇ, ਇੱਕ ਵੀ ਨਹੀਂ ਹੈਗਾ ਸਾਡੇ। ਨਾ ਅਸੀਂ ਸੰਤੋਖੀ ਬਿਰਤੀ ਰੱਖਦੇ ਆ, ਨਾ ਅਸੀਂ ਧਰਮੀ ਬਿਰਤੀ ਰੱਖਦੇ ਆ, ਨਾ ਅਸੀਂ ਦਾਨੀ ਬਿਰਤੀ ਰੱਖਦੇ ਆ, ਨਾ ਅਸੀਂ ਪਰਉਪਕਾਰੀ ਬਿਰਤੀ ਰੱਖਦੇ ਆ, ਨਾ ਆਤਮ ਵਿਚਾਰ ਦੀ ਵਿਚਾਰ ਕਰਦੇ ਆ। ਇਸ ਕਰਕੇ ਸ਼ੁਭ ਗੁਣਾ ਰੂਪੀ ਭਰਾਵਾਂ ਤੋਂ ਵੀ ਬਲ ਕਰਕੇ ਖਾਲੀ ਆ। ਫਿਰ ਇੱਥੇ ਹੀ ਬਸ ਨਹੀਂ, ਮੋਹੇ ਪ੍ਰਦੇਸ਼ਨ ਦੂਰ ਤੇ ਆਈ। ਉਹ ਤੇ ਵਿਚਾਰੀ ਕਹਿੰਦੀ ਸੀ ਵੀ ਪਤਾ ਨਹੀਂ, ਜਿਤਨਾ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚੋਂ ਆਈ ਆ, ਮੇਰੇ ਭਰਾ ਮੇਰਾ ਪੇਕਾ ਘਰ ਬੜੀ ਦੂਰ ਆ ਮਹਾਰਾਜ, ਮੈਂ ਤੇ ਪ੍ਰਦੇਸ਼ਨ ਆ। ਇਧਰਲੇ ਬੰਨੇ ਮਹਾਰਾਜ ਮੈਂ ਆਤਮਾ ਕਰਕੇ ਕਿੰਨੀ ਕੁ ਪ੍ਰਦੇਸ਼ਨ ਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਕੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਇਹ ਦੇ ਸੰਜਰੀਆ। ਦਾਤਾ ਪਤਾ ਨਹੀਂ ਕਿੰਨੇ ਕੁ ਜਨਮ ਮੈਂ ਕੀੜਿਆਂ ਕਨੌੜਿਆਂ ਸਾਪਾਂ ਨੌਲਾਂ ਆਦਿਕ ਦੇ ਭੋਗ ਕੇ ਆਈ ਆ, ਕਿੰਨੇ ਕੁ ਜਨਮ ਮੈਂ ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੇ ਭੋਗ ਕੇ ਆਈ ਆ। ਦਾਤਾ ਜੀ ਪਤਾ ਨਹੀਂ ਕਿੰਨੇ ਕੁ ਜਨਮ ਮੈਂ ਮਿੱਟੀ ਵਿੱਚ ਰਹਿਣ ਵਾਲੇ ਗਡੋਏ ਆਦਿਕ ਦਾ ਜੀਵਨਾ ਲੰਘ ਕੇ ਆਈ ਆ। ਇਸ ਕਰਕੇ ਸੱਚੇ ਪਾਤਸ਼ਾਹ ਕਈ ਜਨਮ ਲੰਘ ਗਏ ਨੇ, ਇੰਨੇ ਲੰਮੇ ਪ੍ਰਦੇਸ਼ ਦਾ ਪੈਂਡਾ ਕੰਮ ਕਰਕੇ ਆਈ ਆ। ਇਸੇ ਗੱਲ ਨੂੰ ਹੀ ਭਗਤ ਸਾਹਿਬ ਭਗਤ ਰਵਿਦਾਸ ਜੀ ਨੇ ਵੀ ਕਿਹਾ ਨਾ, ਆਪਾਂ ਬਾਣੀ ਦੀਆਂ ਪੰਕਤੀਆਂ ਪੜ੍ਹਦੀਆਂ ਵੀ ਬਹੁਤ ਜਨਮ ਬਿਛੜੇ ਥੇ ਮਾਧੋ। ਸੱਚੇ ਪਾਤਸ਼ਾਹ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। हे ਸੱਚੇ ਪਾਤਸ਼ਾਹ ਬੜੇ ਯੁੱਗ ਭਰਮਦਿਆਂ ਹੋਇਆਂ ਨੂੰ ਇਹ ਮਨੁੱਖ ਦੇਈ ਤੇਰੀ ਕਿਰਪਾ ਨਾਲ ਮਿਲੀ ਆ। ਇਸ ਕਰਕੇ ਇਹਨਾਂ ਜੂਨਾ ਜਨਮਾਂ ਜਨਮਾਤਰਾਂ ਵਿੱਚ ਭਟਕਦੀ ਭਟਕਾਉਂਦੀ ਹੋਈ ਬੜੇ ਪ੍ਰਦੇਸ਼ਨ ਆਈ ਆ, ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਵਿੱਚ ਰੁਲਦੀ ਆਈ ਆ। ਇਸ ਕਰਕੇ ਮਹਾਰਾਜ ਪਤਾ ਨਹੀਂ ਕਿੰਨੀ ਕੁ ਦੂਰੀ ਤੋਂ ਅੱਜ ਚੱਲ ਕੇ ਜੇ ਤੂੰ ਮਨੁੱਖਾ ਦੇਈ ਬਖਸ਼ੀ ਆ, ਤੇ ਮਨੁੱਖ ਦੇਈ ਦੇ ਵਿੱਚ ਮੈਂ ਤੇਰੀ ਸੰਗਤ ਵਿੱਚ ਆਈ ਆ। ਕਿਰਪਾ ਕਰਕੇ ਮੇਰੀ ਸੰਗਤ ਵਿੱਚ ਆਈ ਜੀ ਲਾਜ ਰੱਖ ਲਾ।
ਕਿਰਪਾ ਕਰ ਮੈਨੂੰ ਸੰਗਤ ਵਿੱਚ ਆਈ ਨੂੰ ਆਪਣੇ ਚਰਨੀ ਲਾ ਲਾ। ਅਜੇ ਹੋਰ ਅਗਲੇ ਗੁਣ ਦੱਸ ਰਹੇ ਨੇ, ਕਹਿੰਦੇ ਨਾਹਿਨ ਦਰਬ, ਦਰਬ ਮੀਨ ਪੈਸਾ ਧਨ। ਹੁਣ ਧਰਮ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਕੋਲ ਧਨ ਹੈ ਨਹੀਂ, ਦੁਨੀਆ ਵਾਲੇ ਪਤੀ ਨੂੰ ਤੇ ਖੁਸ਼ ਕਰਨ ਵਾਸਤੇ ਧਨ ਸਹਾਇਕ ਹੋ ਸਕਦਾ ਸੀ, ਤੇਰੇ ਕੋਲੇ ਧਨ ਹੁੰਦਾ ਪਤੀ ਖੁਸ਼ ਹੋ ਜਾਣਾ ਸੀ ਇਹਦੇ ਨਾਲ। ਪਰ ਇਧਰਲੇ ਬੰਨੇ ਹੁਣ ਦੁਨੀਆ ਦੇ ਪੈਸਿਆਂ ਨਾਲ ਜਾਂ ਹੀਰਿਆਂ ਮੋਤੀਆਂ ਨਾਲ ਧਨ ਨਾਲ ਨਹੀਂ ਪੈਦਾ ਹੋਣਾ ਪ੍ਰਸੰਨ। ਉਧਰਲੇ ਬੰਨੇ ਤਾਂ ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪਰਮਾਤਮਾ ਦੇ ਨਾਮ ਦੀ ਬੰਦਗੀ ਨੂੰ ਇੱਕ ਧਨ ਕਿਹਾ ਆ, ਦੌਲਤ ਕਿਹਾ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਨੀਆ ਦੇ ਧਨਾੜ ਲੋਕਾਂ ਨੂੰ ਤੇਵੇਂ ਵੀ ਕਿਹਾ ਨਾ, ਵੀ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੁ ਅਭਾਗਾ। ਜਿਹੜਾ ਪ੍ਰਾਣਾ ਦਾ ਦਾਤਾ ਪਰਮੇਸ਼ਰ ਭੁੱਲ ਜਾਣਾ, ਭਾਵੇਂ ਅਮੀਰੀ ਦੇ ਜਿੰਨੇ ਮਰਜ਼ੀ ਉੱਚਿਆਂ ਜੀਵਨਾਂ ਵਿੱਚ ਤੂੰ ਜਿਉਂਦਾ ਰਹਿ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹਦੇ ਵਰਗਾ ਖੋਟਿਆਂ ਭਾਗਾਂ ਵਾਲਾ ਹੀ ਕੋਈ ਨਹੀਂ ਜਿਹਨੂੰ ਰੱਬ ਭੁੱਲ ਗਿਆ। ਉਹ ਖੋਟਿਆਂ ਭਾਗਾਂ ਵਾਲਾ ਆ, ਉਹ ਮਾੜਿਆਂ ਭਾਗਾਂ ਵਾਲਾ ਜਿਹਨੂੰ ਰੱਬ ਵਿਸਰ ਗਿਆ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੇਰੇ ਕੋਲੇ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਦਾ ਧਨ ਹੈ ਨਹੀਂ, ਮੈਂ ਇਸ ਧਨ ਤੋਂ ਸਖਣੀ ਆ, ਖਾਲੀ ਆ, ਨਾ ਜੋਬਨ ਮਾਤੀ। ਸੱਚੇ ਪਾਤਸ਼ਾਹ ਮੇਰੇ ਕੋਲੇ ਜਵਾਨੀ ਵੀ ਹੈ ਨਹੀਂ। ਉਧਰਲੇ ਬੰਨੇ ਤੇ ਆਮ ਦੁਨੀਆ ਦੀ ਸਰੀਰ ਦੀ ਜਵਾਨੀ ਦੀ ਗੱਲ ਹੈ, ਇਧਰਲੇ ਬੰਨੇ ਜਵਾਨੀ ਉਹ ਨਹੀਂ। ਇਧਰਲੇ ਬੰਨੇ ਜਿਹੜੀ ਪਹਿਲੋਂ ਵਿਆਖਿਆ ਕੀਤੀ ਹੈ ਵੀ ਮੁੰਦ ਅਵਸਥਾ, ਜੋਬਨ ਅਗਿਆਤ ਅਵਸਥਾ, ਭਾਵ ਕਿ ਜਗਿਆਸਾਪੁਣਾ ਵਿੱਚ ਪਰਮੇਸ਼ਰ ਨੂੰ ਮਿਲਣ ਦਾ ਚਾਅ ਹੋਵੇ, ਉਹ ਜਵਾਨੀ ਆ। ਸੱਚੇ ਪਾਤਸ਼ਾਹ ਆਇਆ ਹੀ ਨਹੀਂ ਕਦੇ, ਚੇਤਾ ਹੀ ਨਹੀਂ ਆਇਆ ਵੀ ਰੱਬ ਤੋਂ ਵਿਛੜੇ ਹਾਂ ਵੀ ਆ, ਚੇਤਾ ਨਹੀਂ ਆਇਆ ਵੀ ਮੈਂ ਰੱਬ ਤੋਂ ਵਿਛੜੇ ਹੋਏ ਨੇ ਦੁਬਾਰਾ ਫਿਰ ਮਿਲਣਾ ਆ। ਇਹ ਵੀ ਚੇਤਾ ਨਹੀਂ ਆਇਆ ਵੀ ਜੇ ਕਿਤੇ ਮਨੁੱਖ ਜ਼ਿੰਦਗੀ ਦਾ ਸਮਾਂ ਲੰਘ ਗਿਆ ਤੇ ਜਿਹੜਾ ਕਈ ਜਨਮ ਪੈ ਕੀਟ ਪਤੰਗਾ ਵਾਲਾ ਰਾਹ ਆ ਨਾ, ਇਸ ਮਨੁੱਖ ਜ਼ਿੰਦਗੀ ਤੋਂ ਬਾਅਦ ਫਿਰ ਉਹੀ ਸ਼ੁਰੂ ਹੋਣਾ, ਫਿਰ ਉਸੇ ਰਸਤੇ ਜਾਣਾ ਪੈਣਾ। ਚੇਤਾ ਹੀ ਨਹੀਂ ਆਇਆ ਕਦੀ, ਮੈਨੂੰ ਚਾਹ ਹੀ ਨਹੀਂ ਚੜਿਆ ਤੇਰੇ ਪ੍ਰਾਪਤੀ ਦਾ, ਤੇਰੇ ਮੇਲ ਦਾ, ਤੇਰੇ ਮਿਲਾਪ ਦਾ। ਇਸ ਕਰਕੇ ਤੇਰੀ ਪ੍ਰਾਪਤੀ ਦੇ ਚਾਰ ਰੂਪ ਮੇਰੇ ਕੋਲ ਜਵਾਨੀ ਹੈ ਨਹੀਂ। ਸੱਚੇ ਪਾਤਸ਼ਾਹ ਜਵਾਨੀ ਹੈ ਨਹੀਂ ਮੇਰੇ ਕੋਲ, ਮੈਂ ਤੇ ਰੁਲਦੀ ਫਿਰਦੀ ਆ ਸੰਸਾਰਿਕ ਜੀਵਨ ਵਿੱਚ। ਇਸ ਕਰਕੇ ਮੋਹੇ ਅਨਾਥ ਕੀ ਕਰੋ ਸਮਾਈ। हे ਮੇਰੇ ਦਾਤਾ ਪ੍ਰਮਾਤਮਾ ਜੀ, हे ਪ੍ਰਮਾਤਮਾ ਦੇ ਪਿਆਰੇ ਤਤ ਬੇਤੇ ਮਹਾਤਮਾ ਜੀ, ਮੈਂ ਅਨਾਥ ਹਾਂ। ਅਨਾਥ ਦਾ ਅਰਥ ਆਪਾਂ ਪਹਿਲੋਂ ਕਰਕੇ ਆ, ਜਿਹਦੇ ਮਾਂ ਬਾਪ ਸਿਰ ਤੇ ਨਾ ਹੋਣ ਉਸ ਬੱਚੇ ਨੂੰ ਅਨਾਥ ਕਿਹਾ ਜਾਂਦਾ ਹੈ। ਇਧਰਲੇ ਬੰਨੇ ਕੀ ਹੈ, ਸ੍ਰੇਸ਼ਟ ਮਤ ਰੂਪੀ ਮਾਂ ਨਹੀਂ ਹੈਗੀ ਤੇ ਸੰਤੋਖ ਰੂਪੀ ਪਿਓ ਨਹੀਂ ਹੈਗਾ ਮੇਰੇ ਕੋਲੇ, ਇਹ ਸ਼ੁਭ ਗੁਣਾ ਦੇ ਭਰਾ ਨਹੀਂ ਮੇਰੇ ਕੋਲੇ ਹੈਗੇ। ਇਸ ਕਰਕੇ ਦਾਤਾ ਜੀ ਅਨਾਥ ਆ, ਯਤੀਮ ਆ ਮੈਂ ਇਸ ਪਾਸੇ ਤੋਂ। ਤੁਸੀਂ ਕਿਰਪਾ ਕਰੋ ਮੈਨੂੰ ਉਸ ਪ੍ਰਮਾਤਮਾ ਦੇ ਚਰਨਾਂ ਦੀ ਸਮਾਈ ਦਾ ਅਰਥ ਹੈ ਮਿਲਾਪ ਵਿੱਚ ਮਿਲਾ ਦਿਓ। ਸੱਚੇ ਪਾਤਸ਼ਾਹ ਮੈਂ ਇਹੋ ਜਿਹੀ ਆ, ਮੇਰੇ ਕੋਲੇ ਗੁਣ ਹੀ ਕੋਈ ਨਹੀਂ ਆ, ਮੇਰੇ ਕੋਲੇ ਰੂਪ ਨਹੀਂ ਆ, ਢੰਗ ਨਹੀਂ ਆ, ਜਾਤ ਨਹੀਂ ਆ, ਧਨ ਨਹੀਂ ਆ, ਜਵਾਨੀ ਨਹੀਂ ਆ, ਸ਼ੁਭ ਗੁਣ ਨਹੀਂ ਹੈਗੇ, ਕੁਝ ਨਹੀਂ ਹੈਗਾ ਮੇਰੇ ਕੋਲੇ। ਪਰ ਕਿਰਪਾ ਕਰੋ ਮੈਨੂੰ ਇੰਨਾ ਭਰੋਸਾ, ਜਿੱਦਣ ਤੇਰੇ ਚਰਨਾਂ ਵਿੱਚ ਮੇਰੇ ਇਸ ਅਨਾਥ ਦੀ ਅਰਦਾਸ ਪ੍ਰਵਾਨ ਹੋ ਗਈ, ਤੂੰ ਮੇਲ ਲੈਣਾ। ਤੂੰ ਮੈਨੂੰ ਇਕੱਲੇ ਨੂੰ ਨਹੀਂ, ਤੂੰ ਬਣਿਆ ਔਗੁਣਾਂ ਦੇ ਭਰਿਆ ਹੋਇਆਂ ਨੂੰ ਮਿਲ ਲਿਆ। ਦਾਤਾ ਤੂੰ ਤੇ ਉਸ ਸੱਜਣ ਜਿਹਨੂੰ ਇਤਿਹਾਸ ਦਿਆਂ ਬੋਲਾਂ ਨੇ ਸੱਜਣ ਠੱਗ ਕਿਹਾ, ਕਿੰਨੇ ਪਾਪ ਕੀਤੇ ਸੀ ਉਹਨੇ। ਹਾਲਾਂਕਿ ਸਾਡੇ ਤੇ ਕੀਤੇ ਹੋਏ ਗੁਨਾਹ ਅਜੇ ਲੁਕੇ ਹੋਏ ਨੇ, ਸ਼ਾਇਦ ਦੁਨੀਆ ਨੂੰ ਨਹੀਂ ਪਤਾ, ਤੇ ਉਹਦੇ ਤੇ ਗੁਨਾਹ ਦੁਨੀਆ ਨੂੰ ਵੀ ਪਤਾ ਸੀ। ਪਾਪ ਜਿਹੜਾ ਵੀ ਮੁਸਾਫਰ ਉਹਦੀ ਸਰਾਂ 'ਚ ਜਾਂਦਾ, ਸਿਰ ਵੱਢ ਕੇ ਉਹਨੂੰ ਲੁੱਟ ਲੈਂਦਾ ਹੈ, ਪਿੱਛੇ ਬਣਾਏ ਖੂਹ ਵਿੱਚ ਉਹਦਾ ਸਿਰ ਵੀ ਤੇ ਧੜ ਵੀ ਸੁੱਟ ਦਿੰਦਾ। ਜਿਸ ਵੇਲੇ ਭਾਈ ਮਰਦਾਨੇ ਦੇ ਪੁੱਤਰ ਸਜਾਦੇ ਦੀ ਉੱਥੇ ਕੈਦ ਵਿੱਚ ਪੈ ਕੇ ਉਹਨੂੰ ਵੱਢਣ ਦੀ ਤਰੀਕ, ਵੱਢਣ ਦਾ ਸਮਾਂ ਆਉਂਦਾ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਬਚਾਉਂਦੇ ਨੇ। ਉਸ ਵੇਲੇ ਤੱਕ ਕਹਿੰਦੇ ਇਸ ਸੱਜਣ ਠੱਗ ਨੇ ਹਜ਼ਾਰਾਂ ਸੈਂਕੜੇ ਬੰਦੇ ਮਾਰ ਮਾਰ ਕੇ ਸਕੂ ਸੁੱਟੇ ਨੇ। ਇੰਨੇ ਪਾਪ, ਇੰਨੇ ਗੁਨਾਹ। ਤੇ ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਨਿਗਾਹ ਪੈ ਗਈ ਤੇ ਇੱਕੋ ਸ਼ਬਦ ਵਿੱਚ ਉਜਲ ਕਹਿਹਾਂ ਚਲਕਣਾ ਘੁੱਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰਿਆ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਸਨ। ਇਹ ਸ਼ਬਦ ਇੱਕ ਤੇ ਅਗਲਾ ਦੂਸਰਾ ਸ਼ਬਦ ਇਸੇ ਸੂਹੀ ਰਾਗ ਦੇ ਵਿੱਚ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਵੇਲਾ। ਦੋ ਸ਼ਬਦਾਂ ਦਾ ਉਪਦੇਸ਼ ਮੇਰੇ ਧੰਨ ਗੁਰੂ ਨਾਨਕ ਦੇਵ ਸਿੰਘ ਨੇ ਸੱਜਣ ਠੱਗ ਨੂੰ ਦਿੱਤਾ ਤੇ ਇਹਦੇ ਸਾਰੇ ਪਾਪ ਬਖਸ਼ ਦਿੱਤੇ ਤੇ ਇਹਨੂੰ ਪ੍ਰਚਾਰਕ ਥਾਪਿਆ ਸੀ ਉੱਥੇ। ਦਾਤਾ ਤੂੰ ਇਹੋ ਜਿਹਾ, ਤੂੰ ਬਖਸ਼ਣਹਾਰ ਹੈ। ਮੈਂ ਤੇ ਤੇਰੇ ਚਰਨਾਂ ਵਿੱਚ ਆਣ ਕੇ ਸਵੀਕਾਰ ਕਰ ਰਿਹਾ ਵਾਂ, ਮੈਂ ਪ੍ਰਵਾਨ ਕਰ ਰਿਹਾ ਵਾਂ, ਮੈਂ ਔਗੁਣਾਂ ਦਾ ਭਰਿਆ ਵਾਂ, ਮੇਰੇ ਕੋਲੇ ਗੁਣ ਹੀ ਕੋਈ ਨਹੀਂ ਹੈਗਾ। ਕਿਰਪਾ ਕਰੋ ਆਪਣੇ ਚਰਨਾਂ ਵਿੱਚ ਮੇਰੇ ਵਰਗੇ ਆਏ ਅਨਾਥ ਦੀ ਸਮਾਈ ਕਰ ਲਓ, ਆਪਣੇ ਚਰਨਾਂ ਵਿੱਚ ਮਿਲਾਪ ਦੇ ਕਰਕੇ ਆਪਣੇ ਚਰਨਾਂ ਵਿੱਚ ਅਭੇਦਤਾ ਦੇ ਦਿਓ। ਮਹਾਰਾਜ ਹੋਰ ਕੀ ਕਹਿਣਾ ਚਾਹੁੰਦਾ ਫਿਰ ਇੱਥੇ ਬਸ ਨਹੀਂ, ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕਾ ਹੋ ਫਿਰਤ ਤਸਾਈ। ਆਹ ਗੱਲ ਆਉਣੀ ਪੈਣੀ ਹੈ।
ਲੱਭਦਿਆਂ ਲੱਭਦਿਆਂ ਕਿਹੜੀ ਗੱਲ ਵਿੱਚ ਆਪਣੀ ਬਿਰਤੀ ਗਈ। ਅਸੀਂ ਦੁਨੀਆਦਾਰੀ ਦੀ ਜ਼ਿੰਦਗੀ ਵਿੱਚ ਵੇਖੀਏ ਵੀ ਅਸੀਂ ਕੀ ਲੱਭਦੇ ਫਿਰਦੇ ਹਾਂ। ਸਾਡੇ ਤੇ ਇਹੋ ਹੀ ਆ ਨਾ, ਮੈਂ ਕਿਸੇ ਵੱਲ ਉਂਗਲ ਕਰਕੇ ਨਹੀਂ ਜੀ ਕਹਿ ਰਿਹਾ, ਐਵੇਂ ਕੋਈ ਗਲਾ ਨਾ ਮਨਾਵੇ, ਵੀ ਜਿੱਦਣ ਇੱਕ ਚੀਜ਼ ਦੀ ਕੋਈ ਸਾਡੇ ਮਨ ਦੀ ਇੱਛਾ ਦਾ ਕੋਈ ਬਿਜ਼ਨਸ ਕਹਿ ਲਓ, ਨੌਕਰੀ ਕਹਿ ਲਓ, ਜੌਬ ਕਹਿ ਲਓ, ਕੁਝ ਵੀ ਇੱਕ ਪ੍ਰਾਪਤ ਹੋ ਜੇ ਤੇ ਮਨ ਕੇ ਟਿਕਦਾ ਥੋੜਾ ਹੈ। ਜੇ $10 ਵਾਲੀ ਜੌਬ ਮਿਲੀ ਹੈ ਤੇ ਮੁੜ ਕੇ ਇੱਛਾ ਬਣਦੀ ਰਹਿੰਦੀ, ਕੋਈ ਨਹੀਂ ਨਾਲ ਨਾਲ ਜੌਬ ਕਰੀ ਜਾ, ਅਪਲਾਈ ਕਰ ਜਾ, ਕਿਤੇ 15 ਵਾਲੀ ਵੀ ਮਿਲੇਗੀ। ਵੀ ਸਾਡੀ ਤੇ ਇਸੇ ਗੱਲ ਦੇ ਵਿੱਚ ਦੌੜ ਲੱਗੀ ਹੋਈ ਹੈ ਨਾ ਸੰਸਾਰ ਵਿੱਚ। ਜੇ ਬਿਜ਼ਨਸ ਇੰਨੇ ਵਾਲਾ ਮਿਲ ਗਿਆ ਕਰੀ ਚਲੋ, ਕੋਈ ਨਹੀਂ, ਹੋਰ ਨਾਲ ਨਾਲ ਟਰਾਈ ਕਰੋ, ਇਹਨੂੰ ਵਧਾਉਣਾ ਆ, ਵੀ ਇਸੇ ਪਾਸੇ ਦੀ ਦੌੜ ਲੱਗੀ ਹੈ ਨਾ। ਹੁਣ ਇਧਰਲੇ ਬੰਨੇ ਮਹਾਰਾਜ ਕਹਿੰਦੇ ਖੋਜਤ ਖੋਜਤ ਭਈ ਵੈਰਾਗਨ। ਦਾਤਾ ਜੀ ਮੈਂ ਖੋਜਿਆ ਤੀਰਥਾਂ ਤੇ ਜਾ ਕੇ, ਦਾਤਾ ਜੀ ਮੈਂ ਖੋਜਿਆ ਜੰਗਲਾਂ 'ਚ ਜਾ ਕੇ, ਦਾਤਾ ਜੀ ਮੈਂ ਖੋਜਿਆ ਵੇਦਾਂ ਨੂੰ ਪੜ੍ਹ ਕੇ, ਦਾਤਾ ਜੀ ਮੈਂ ਖੋਜਿਆ ਪੁਰਾਣਾਂ ਨੂੰ ਪੜ੍ਹ ਕੇ, ਮਹਾਰਾਜ ਜੀ ਮੈਂ ਸ਼ਾਸਤਰਾਂ ਨੂੰ ਪੜ੍ਹ ਕੇ, ਸਿਮਰਤੀਆਂ ਨੂੰ ਪੜ੍ਹ ਕੇ, ਬੜੇ ਧਾਰਮਿਕ ਗ੍ਰੰਥ ਫਰੋੜ ਕੇ ਤੈਨੂੰ ਲੱਭਦਾ ਰਿਹਾ, ਲੱਭਾ ਨਹੀਂ ਕਿਤੇ। ਜਦੋਂ ਇਹ ਖੋਜਾਂ ਕਰਦਾ ਮੈਂ ਸਾਰੇ ਬੰਨੇ ਥੱਕ ਗਿਆ, ਉਸ ਵੇਲੇ ਸੱਚੇ ਪਾਤਸ਼ਾਹ ਵੈਰਾਗ ਧਾਰਨ ਕਰਕੇ ਤੇਰੇ ਚਰਨਾਂ ਵਿੱਚ ਆਈ ਆ। ਕਿਤਿਓਂ ਨਹੀਂ ਮਿਲਿਆ ਤੂੰ, ਕਿਤਿਓਂ ਨਹੀਂ ਮਿਲਿਆ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੀ ਇਹ ਨੇ, ਬਚਨ ਹੀ ਇਹ ਨੇ, ਮਹਾਰਾਜ ਦੀ ਸਿੱਖਿਆ ਹੀ ਇਹ ਹੈ ਵੀ ਇਹੋ ਜਿਹਾ ਮਾਰਗ ਜਿੱਦਣ ਗੁਰੂ ਦੇ ਆਸਰੇ ਤੋਂ ਬਿਨਾਂ ਹੋ ਕੇ ਅਖਤਿਆਰ ਕਰਦਾ ਹੈ, ਤੇ ਇਸ ਮਾਰਗ ਨੂੰ ਭਾਵੇਂ ਦੁਨੀਆ ਵਾਲਿਆਂ ਨੇ ਧਾਰਮਿਕ ਮਾਰਗ ਕਿਹਾ ਆ, ਪਰ ਧਾਰਮਿਕ ਮਾਰਗ ਦੇ ਵਿੱਚ ਵੀ ਤੁਰਦਿਆਂ ਪੈਰ ਦਰ ਪੈਰ, ਕਦਮ ਦਰ ਕਦਮ ਹੰਕਾਰ ਹੀ ਲੈ ਕੇ ਅੱਗੇ ਤੁਰਿਆ ਫਿਰਦਾ ਰਿਹਾ। ਮੈਂ ਤੇ ਅੱਗੇ ਕਈ ਵਾਰੀ ਬੇਨਤੀ ਕੀਤੀ ਹੈ ਵੀ ਕਈ ਵਾਰੀ ਮਨੁੱਖ ਨੂੰ ਆਪਣੇ ਆਪ ਦੇ ਸੱਚ ਬੋਲਣ ਦਾ ਹੰਕਾਰ ਹੁੰਦਾ ਵੀ ਮੇਰੇ ਵਰਗਾ ਸੱਚਾ ਹੀ ਕੋਈ ਨਹੀਂ, ਹੋਰ ਸਾਰੀ ਦੁਨੀਆ ਬਾਕੀ ਝੂਠ। ਉਹ ਇਹ ਗੱਲ ਸਿੱਧ ਕਰਨਾ ਚਾਹੁੰਦਾ ਵੀ ਸੱਚਾ ਮੈਂ ਹੀ ਆ, ਬਾਕੀ ਸਾਰੇ ਝੂਠ ਹੀ ਬੋਲਦੇ ਨੇ। ਕਈ ਵਾਰੀ ਮਨੁੱਖ ਨੂੰ ਧਰਮ ਦੀ ਸੇਵਾ ਕਰਦਿਆਂ ਇਹ ਮਾਣ ਪੈਦਾ ਹੁੰਦਾ ਵੀ ਮੇਰੇ ਵਰਗਾ ਧਰਮੀ ਸੇਵਾਦਾਰ ਹੀ ਕੋਈ ਨਹੀਂ, ਬਾਕੀ ਤੇ ਵਿਹਲੇ ਤੁਰੇ ਫਿਰਦੇ ਨੇ। ਇਤਿਹਾਦਕ ਦਾ ਇਹ ਲੱਭਦਿਆਂ ਦਾਤਾ ਜੀ ਇਹਨਾਂ ਸਾਰਿਆਂ ਰਾਵਾਂ ਵਿੱਚੋਂ ਤੂੰ ਨਹੀਂ ਲੱਭਿਆ ਕਿਤੇ ਵੀ, ਕਿਉਂਕਿ ਉੱਥੇ ਤੇ ਮੈਂ ਤੈਨੂੰ ਆਉਣ ਹੀ ਨਹੀਂ ਦਿੱਤਾ। ਮੈਂ ਤੇ ਆਪਣੀ ਮੈਂ ਨਾਲ ਲੈ ਕੇ ਤੁਰਿਆ ਨਾ ਵੀ ਮੈਂ ਆ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੈਰਾਗਨ ਹੋਣਾ ਪੈਣਾ, ਵੈਰਾਗੀ ਹੋਣਾ ਪੈਣਾ। ਸੱਚੀ ਜਾਣਿਓ, ਜਿੱਦਣ ਵੈਰਾਗ ਦੀ ਅਵਸਥਾ ਆ ਗਈ ਨਾ, ਜਿੱਦਣ ਵੈਰਾਗ ਆ ਗਿਆ ਮੈਂ ਪ੍ਰਮਾਤਮਾ ਨੂੰ ਮਿਲਣਾ ਹੈ, ਕਿਤੇ ਉਹ ਸੰਗਲਾ ਦੀਪ ਦੇ ਰਾਜੇ ਸ਼ਿਵਰਾਬ ਨੂੰ ਪੁੱਛ ਕੇ ਵੇਖੋ ਵੈਰਾਗ ਕੀ ਹੁੰਦਾ ਹੈ। ਲੰਮੀ ਚੌੜੀ ਦਾਸਤਾਨ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਸੁਲਤਾਨਪੁਰ ਵਸਦੇ ਨੇ, ਉਥੋਂ ਦੇ ਨੇੜੇ ਸੋ ਇਸੇ ਤਰ੍ਹਾਂ ਮਲਸੀਆਂ ਨਗਰ ਦੇ ਇੱਕ ਵਾਸੀ ਨੇ ਭਾਈ ਭਗੀਰਥ ਦੇਵੀ ਦੇ ਪੁਜਾਰੀ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਰਹਿਮਤਾਂ ਪ੍ਰਾਪਤ ਕੀਤੀਆਂ, ਸਿੱਖ ਬਣੇ। ਉਹਨੂੰ ਕਿਸੇ ਸੇਵਾ ਵਾਸਤੇ ਲਾਹੌਰ ਭੇਜਿਆ ਤੇ ਲਾਹੌਰ ਦਾ ਇੱਕ ਸ਼ਾਹੂਕਾਰ ਮਨਸੁਖ ਸ਼ਾਹੂਕਾਰ ਭਾਈ ਭਗੀਰਥ ਰਾਹੀਂ ਗੁਰੂ ਨਾਨਕ ਦੇਵ ਸਾਹਿਬ ਦਾ ਸਿੱਖ ਬਣਿਆ। ਭਾਈ ਭਗੀਰਥ ਦੇ ਰਾਹੀਂ ਭਾਈ ਮਨਸੁਖ ਸ਼ਾਹੂਕਾਰ ਸੁਲਤਾਨਪੁਰ ਆਇਆ, ਉਹਨੇ ਗੁਰੂ ਕੀ ਸਿੱਖੀ ਧਾਰਨ ਕੀਤੀ ਤੇ ਉਹ ਬਾਹਰ ਦੇਸਾਂ ਪ੍ਰਦੇਸਾਂ ਵਿੱਚ ਵਿਚਰ ਕੇ ਆਪਣਾ ਕੰਮ ਕਿੱਤਾ ਕਰਦਾ। ਉਹ ਸੰਗਲਾ ਦੀਪ ਦੇ ਰਾਜੇ ਸ਼ਿਵਨਾਬ ਦੇ ਟਾਪੂ ਵਿੱਚ ਵਪਾਰੀ ਬਿਰਤੀ ਵਿੱਚ ਗਿਆ। ਉਹਦੇ ਨਾਲ ਜਦੋਂ ਰਾਜੇ ਸ਼ਿਵਨਾਬ ਨਾਲ ਵਾਰਤਾਲਾਪ ਹੋਈ, ਤੇਰਾ ਗੁਰੂ ਕੌਣ ਹੈ? ਕਹਿੰਦਾ ਗੁਰੂ ਨਾਨਕ। ਗੁਰੂ ਨਾਨਕ ਦੀਆਂ ਵਡਿਆਈਆਂ ਦੱਸੀਆਂ, ਚੱਲ ਮੈਨੂੰ ਨਾਲੇ ਲੈ ਜਾ, ਮੈਨੂੰ ਦੱਸ ਗੁਰੂ ਨਾਨਕ ਕਿੱਥੇ ਰਹਿੰਦਾ ਹੈ। ਤੇ ਭਾਈ ਮਨਸੁਖ ਸ਼ਾਹੂਕਾਰ ਨੇ ਰਾਜੇ ਸੰਗਲਾ ਦੀਪ ਦੇ ਰਾਜੇ ਸ਼ਿਵਰਾਬ ਨੂੰ ਕਿਹਾ ਸੀ, ਸੱਜਣਾ ਮੇਰਾ ਗੁਰੂ ਨਾਨਕ ਇਹੋ ਜਿਹਾ, ਉਹਨੂੰ ਲੱਭਣ ਵਾਸਤੇ ਜਾਣ ਦੀ ਲੋੜ ਨਹੀਂ, ਉਹਨੂੰ ਲੱਭਣ ਵਾਸਤੇ ਕਿਤੇ ਜੰਗਲਾਂ 'ਚ ਭਟਕਣ ਦੀ ਲੋੜ ਨਹੀਂ, ਪਹਾੜਾਂ ਤੇ ਚੜ੍ਹਨ ਦੀ ਲੋੜ ਨਹੀਂ, ਆਪਣੇ ਘਰ ਵਿੱਚ ਬਹਿ ਕੇ ਉਹਨੂੰ ਵੈਰਾਗ ਸਹਿਤ ਚੇਤੇ ਕਰ, ਮੇਰਾ ਨਾਨਕ ਆਪ ਆਏਗਾ ਤੇਰੇ ਘਰੇ। ਲੰਮੀ ਚੌੜੀ ਇਤਿਹਾਸ ਦੀ ਸਾਖੀ ਹੈ। ਤੇ ਰਾਜੇ ਸ਼ਿਵਨਾਬ ਨੂੰ ਇਹ ਬਚਨ ਸੁਣ ਕੇ ਵੈਰਾਗ ਹੋਇਆ, ਤੇ ਵੈਰਾਗ ਹੋ ਕੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਖਾਣਾ ਛੁੱਟ ਗਿਆ, ਪੀਣਾ ਛੁੱਟ ਗਿਆ, ਨੀਂਦ ਛੁੱਟ ਗਏ। ਆਪਣੇ ਮਹਿਲਾਂ ਵਿੱਚ ਤੁਰਿਆ ਫਿਰਦਾ, ਮਹਿਲਾਂ ਦੇ ਮੰਦਰਾਂ ਦੀਆਂ ਥੰਮੀਆਂ ਨੂੰ ਜੱਫੀਆਂ ਪਾ ਕੇ ਕਹਿੰਦਾ ਤੂੰ ਨਾਨਕ ਆ। ਜੇ ਆਪਣੇ ਬਾਗਾਂ ਵਿੱਚ ਜਾਂਦਾ ਨਾ ਤੇ ਬਾਗਾਂ ਦੀਆਂ ਲਮਕਦੀਆਂ ਦਰਖਤਾਂ ਦੀਆਂ ਟਹਿਣੀਆਂ ਨੂੰ ਫੜ ਕੇ ਪੁੱਛਦਾ ਤੁਸੀਂ ਨਾਨਕ ਵੇਖਿਆ? ਮੇਰਾ ਨਾਨਕ ਕਿੱਥੇ ਰਹਿੰਦਾ? ਇਹ ਹੈ ਵੈਰਾਗ ਗੁਰੂ ਨੂੰ ਮਿਲਣ ਦਾ। ਇਹ ਹੈ ਵੈਰਾਗ ਦੀ ਅਵਸਥਾ ਵੀ ਕਿਤੇ ਚੇਤਾ ਆਇਆ ਜ਼ਿੰਦਗੀ ਦੇ ਕਿਸੇ ਹਿੱਸੇ ਵਿੱਚ ਗੁਰੂ ਨੂੰ ਮਿਲਣ ਦਾ। ਮਹਾਰਾਜ ਜੀ ਖੋਜਤ ਭਈ ਵੈਰਾਗਨ। ਮੈਂ ਵੇਦਾਂ ਪੁਰਾਣਾਂ ਦੇ ਗ੍ਰੰਥ ਪੜ੍ਹ ਕੇ ਵੀ ਖੋਜਿਆ ਲੱਭਿਆ, ਮੈਂ ਤੀਰਥ ਨਹਾ ਕੇ ਵੀ ਤੈਨੂੰ ਲੱਭਿਆ, ਮੈਂ ਨੇਤੀ ਧੋਤੀ ਦੇ ਕਰਮ ਕਰਦਾ ਖੋਜਦਾ ਤੈਨੂੰ ਲੱਭਦਾ ਰਿਹਾ, ਮੈਨੂੰ ਕਿਤੇੋਂ ਨਹੀਂ ਮਿਲਿਆ। ਖੋਜਤ ਭਈ ਵੈਰਾਗਨ ਪ੍ਰਭ ਦਰਸ਼ਨ ਕਹੋ ਫਿਰਤ ਤਿਸਾਈ। ਤਿਸਾਈ ਦਾ ਅਰਥ ਆ ਪਿਆਸੀ। ਜਿਵੇਂ ਆਮ ਤੌਰ ਤੇ ਵੇਖੀਏ ਨਾ ਵੀ ਸਾਡੇ ਕੋਲ ਪਾਣੀ ਦੀਆਂ ਬੋਤਲਾਂ ਦੇ ਰੈਗ ਭਰੇ ਕਿਤੇ ਪਤਾ ਨਹੀਂ ਕਿੰਨੇ ਕੁ ਰੱਖੇ ਘਰਾਂ ਵਿੱਚ ਪਏ ਆ, ਤੇ ਪਿਆਸ ਦੀ ਕਦਰ ਨਹੀਂ, ਪਾਣੀ ਦੀ ਕਦਰ ਨਹੀਂ।
पानी की कदर का पता उदों लगता जिदे पानी नेड़े तेड़े ना होवे ते प्यास नाल बुल सुकदे जबान तालू नूं लगदी होवे, फिर पता लगता पानी की घुट की कदर की है। इधरले बने सतगुरु सच्चे पातशाह कहते ने वो हालत है मेरी जेड़ी प्यास लगी हुई आ लेकिन पानी मिलता कितों नहीं। दाता जी जिवें वो प्यासी तिसाई जीव मनुख जिहड़ा पानी की भाल विच फिरदा है, इस तरह मेरे मालिक परमात्मा जी मेरे मन अंदर तेरे दर्शनां की प्यास है, तेरे दर्शनां की प्यास की तेह लगी हुई है। ते सच्ची जाने हो एक गल होर इत्थे व्याख्या की जा सकती है कि नाम जपना, बाणी पढ़नी, पाठ पूजा करना, जदों तक इनू केवल कर्म कांड की रीति बना के पढ़ी जाने हो उदों तक उन्हां लाभ नहीं प्राप्त होना। जिदन इस भावना की भुख रख के, जिदन इस भावना की प्यास रख के पढ़ोगे ना, उदन इस बाणी के पाठ का सिमरन का आनंद ही वखरा होगा। इस करके सतगुरु सच्चे पातशाह मैं तेरे दर्शनां की ध्याई हाँ, दर्शनां की। हुण इत्थे आण के बड़ियां होर ऑफरां आउणियां ने। जिहड़े सिद्ध लोग आदि गुरु नानक देव साहब के समय दे विच राहों भटक गए, जंगलों च चढ़ गए, पहाड़ी चढ़ गए, समेर पर्वत से चढ़ गए, जदों भी किते धरती ते उतरदे ने लोकां दे सिर पीड़ी लाउंदे ने, सिर पीड़ा हटाउंदे ने, कदे अग उगलाश के दिखाउंदे ने, कदे आकाश विच उड्डदे ने, कदे हनेरियां लै आउंदे ने। जिन्नियां को रिद्धियां सिद्धियां दीयां शक्तियां बैठियां सी उन्हां नूं मिसयूज करदे ने लोकां नूं मगर लाउण वास्ते। ते सतगुरु सच्चे पातशाह जी कहंदे मेरी मंजिल नहीं है ये शक्तियां, मेरी मंजिल ये शक्तियां नहीं हैं, ये रिद्धियां सिद्धियां मेरी मंजिल नहीं हैं। जदों रब की प्राप्ति वाले राह ते तुरना है उदों ये रिद्ध सिद्ध नावै की दासी तेरे राह विच आउणियां ने। ते इन्हां विच परच ना जाई, किते इन्हां खेडां विच खेडण ना लग पई, क्योंकि इन्हां खेडां विच खेडण दा स्वाद ही इन्ना आ जाता है मुड़ के तो गां नहीं लंघिया जाता। इहदा रास ही इहो जिहा बन जाता है संसारक जीवन का। इस करके महाराज जी मैनू इन्हां खेडां च ना परचाओ, मैनू रिद्धियां सिद्धियां दीयां ताकतां दे के जां होर इहो जिहियां रूहानी शक्तियां दे के मैं इन्हां विच परचण वाला नहीं, मैं तां फिरत तिसाई तेरे दर्शनां दी तेह विच बैठा हां। तुसीं किरपा करके मैनू साक्षात दर्शन दिओ, प्रगट रूप हो के मैनू दर्शन बख्शो। ते समाप्ति की पंक्ति ते धन गुरु अर्जन देव साहब की सिक्ख्या है। सिक्ख्या के वचन बड़े छोटे जे ने पर गहरी बिरती नाल वेखण दा यतन करियो। महाराज कहंदे दीन दयाल कृपाल प्रभ नानक। हे मेरे धन गुरु नानक देव साहब जी, तुसीं पिछले युगां विच भी दीन सी, दीनां उत्ते दया करन वाले सी। तुसीं महाराज त्रेते द्वापर विच भी दीनां उत्ते दया करन वाले सी। तुसीं अज भी इस अज दे युग विच भी दीनां उत्ते गरीबां उत्ते तरस करदे हो, दया करदे हो, दया दे समुंदर हो। तुसीं कृपालू हो। कृपालू कह लीए, मेहरबान कह लीए, गल एक ही है। बाणी दे बचन आप जी ने पढ़े सुने होणगे, बहुतियां दी रसनी जवानी याद होने आ भी मेहरबान साहिब मेहरबान, साहिब मेरा मेहरबान, जी सगल को दे दान। फिर करना की है, तू काहे डुल है प्राणियां, तुद राखेगा सिरजनहार। कदे आया भरोसा इस गल का? मेहरबान तो हैगा आ वो परमेश्वर, पर मेहरबान ने मेहर उदों करनी है जदों तेरा भरोसा प्रपक हो गया। जदों तक तू अपने आप के बाहू बल के उत्ते मान करता फिरना भी मैं आह काम कर लेना, मैं आह काम कर लेना, मैं आह प्राप्ति कर लैनी है, मैं आह प्राप्ति कर लैनी है, उदों तक ते तेनों अपने बाहां ते मान है। गुरु अमरदास साहब का पवित्र इतिहास पढ़ के वेने 12 साल लगातार सेवा की बुढ़ेपे विच गुरु अंगद देव साहब जी की, ते 12वें साल जा करके किली का ठेडा लगा ते डिगे, ते डिगिया होया मुड़ के चुक के गुरु अंगद देव साहब ने अपनी छाती नाल ला के गलवकड़ी च ला के कहा सी ये निमाणा नहीं, ये निमाणियां दा मान है, ये नताणियां दा ताण है, ये नथामियां दा थां, ये निधरियां दी तेरिया। इतिहास की विचार करने वाले साडे दार्शनिक विद्वान इस घटना की यह गल जिक्र करते हैं कि गुरु के सिखा असल में गुरु की गलवकड़ी ते गुरु की छाती का निग उदों प्राप्त होना जदों तू डिग पेगा। अजे असीं डिगे नहीं, असीं अपने आप दे मान हंकार विच जीउंदे आ भी मैं आ कर लेना, मैं आ कर लेना, मैं आ कर लेना। जिदन ये सारी गल तू अपने गुरु के चरनां ते सुट के डिग पिओ ना हार के कि दाता मेरा कुछ नहीं है, हम तन दियो है ढार, अपना तन भी अपने गुरु के चरनां दे उत्ते आण के सुट दिता। महाराज जी हुण तू चुकना ते चुक ला, इत्थे पए दे साह कढने ते कढ ला।
उस वेले वो बरकत, उस वेले गुरु की छाती का, गुरु की गलवकड़ी का निग प्राप्त होना है। सतगुरु सच्चे पातशाह जी कहते हैं, इस प्रकार महाराज तू कृपालू आ, तू दयालु आ। जो कृपा के घर में आना ना, उत्थे फिर हाँ जिहड़ी आपां बेनतियां करते हैं भी सेवा भी करनी आ, दान पुण्य भी करना आ, सिमरन भी करना आ, ये कादे वास्ते करना आ भी ये बिरती किते साडे मान हंकार वालों टुट के निर्माणता विच गुरु की प्रीत विच जुड़ जाए। पर मता सोची भी तेरियां इन्हां साधना के मुल वास्ते परमात्मा तेनों मिलना कदे नहीं होना, क्योंकि परमात्मा अमोलक है, वो तेरे साधना के मुल विच थोड़ा मिल जाना है तेन। जदों तेरी प्रीत जुड़ गई उस वेले फिर घाल ना मिलियो, सेव ना मिलियो, मिलियो आए अचिंता, अचन चेत ही आण के उन्हें प्रगट होकर मिल जाना है। इस करके मेरे सतगुरु जी तुहाडी कृपालता की लोड़ है मैनू। मैं तुहाडे चरणों में आण के अपनी गिनतियां नहीं रख रहा भी मैं इन्ना चंगा आ, मैं इन्ना धर्मी आ, मैं इन्ना परोपकारी आ। नहीं महाराज, मेरे को कुछ नहीं, मैं तुहाडे कोलों तुहाडी कृपालता मंग रहा, तुहाडी दयालता मंग रहा, तुहाडीआं असीसां मंग रहा, कृपा करके मैनू नवाज लो। ते इस प्रकार बेनती है, दीन दयाल कृपाल प्रभ नानक, साध संग मेरी जलन बुझाई। ते धन गुरु अर्जन देव साहब सच्चे पातशाह जी सानू तुहानू उपदेश दिंदे ने, कहन लगे संगत जी ਜਿਹੜੀ अंदर लगी हुई तृष्णा की अग की गल तुसीं पै करदे हो ना, मैं तुहानू अपने आप दे विच प्रमाण दे के कहना है कि साडे अंदरों वो सारे प्रकार की अग मेरे गुरु ने साध संगत रूपी सरोवर विचों, संगत दी धूड़ रूपी पानी ते संगत विच बह के परमेश्वर दे नाम रूपी जल विच नहातियां प्राप्त होनी है। वो तृष्णा की अग तां बुझनी है। साध संगत विच आण के बह के भी ना केवल कन रस बना करके स्वाद लैके ना चले जाइए। महाराज ये साध संगत सरोवर है ते इहदे विच तेरे नाम बाणी सिमरन दा जल आ, वो प्राप्त हो गया ते फिर उस नाम रूपी सिमरन दे जल नाल साडे अंदर बाहर दी वगदी हुई बलदी हुई तृष्णा दी, लोभ दी, लालच दी अग बुझ जाएगी। गुरु कृपा करे। सारी संगत ने आपां सारियां ने जुड़ मिल के अरदास करिए, सच्चे पातशाह अपनी रहमत की दात वरता, अपना ये अमृत रूप उपदेश साडे हिरदियां विच वसा, तां कि सतगुरु सच्चे पातशाह जी की कृपालता के पात्र बन सकीए। विचारां विच बेअंत प्रकार दीयां भुल्लां होणगीਆਂ, ये मेरियां ने साध संगत जी। वाधे घाटे का उच्चा नीवा बोलिया बोल मेरी गलती समझ के क्षमा कर दिओ। सतगुरु सच्चे पातशाह जी के पवित्र बचनां नूं, गुरु के पवित्र उपदेश नूं अपने हिरदे विच वसा के यह लोक सुखीए प्रलोक सुहेले, नानक हर प्रभ आपे मिले की दात प्राप्त करिए। भुल चुक की माफ़ी अगे वास्ते समत बख्शिश करनी जी। वाहिगुरु जी का खालसा, वाहिगुरु जी की